चरणों में बिगाड़ दिंदियां हैं। आमीन। धोखा ना खाना, बुरी संगति अच्छे चरित्र को बिगाड़ देती है। हालेलुया। चरित्र, बुरी संगति, बड़े ध्यान नाल सुनो खुदा दे वचन। केड़ी संगति? बुरी संगति। बुरी संगति का मतलब की? वो लोग जिन्हां दा अपना चरित्र ठीक नहीं, वो लोग जिहड़े परमेश्वर दे वचन के अनुसार जिउंदे नहीं आ, वो लोग जिन्हां नूं परमेश्वर का ज्ञान नहीं आ, एक पाप भरिया जीवन बतीत कर रहे हैं, गुनाह भरिया जीवन बतीत कर रहे हैं। जे साडी संगति अजिहे लोकां दे नाल है, संगति का मतलब की है? बुलाउणा संगति नहीं है। जैम सिंह जी होर की हाल है? ठीक हो तुसी? परिवार ठीक है? ये संगति नहीं है। संगति का मतलब की है? संगति का मतलब है उन्हां दीयां गल्लां दे नाल सहमत होना अते उन्हां दे कम्मां दे नाल सहमत होना अते उन्हां दे नाल समा बतीत करना। हालेलुया। बहुत सारे क्रिश्चियन मसीह विच आके भी परेशान है। क्यों? किते ना किते बैड संगति उन्हां दी जिंदगी च, किते ना किते गलत लोकां नाल वो कॉन्टैक्ट दे विच ने, जुड़े हुए ने, वो प्रार्थना भी कर रहे हैं। याद रखना बाइबल दे विच लिखिया है, परमेश्वर ने खास करके अपने लोकां नूं कहा, उन्हां लोकां चों निकल आओ, उन्हां नाल कोई नाता ना रखो, कोई सांझ ना रखो। मैं तुहानूं कबूल करांगा, तुसी मेरे धीआं पुत्र होवोगे ते मैं तुहाडा पिता हां। हालेलुया। ਅਸੀਂ ਜਾਂਦੇ ਅਜਿਹੇ ਲੋਕਾਂ ਨੂੰ ਮਿਲਦੇ ਜਿਹੜੇ ਪਾਪ ਭਰਿਆ ਜੀਵਨ ਬਤੀਤ ਕਰਦੇ, ਅਸੀਂ ਉਹਨਾਂ ਨੂੰ ਸੁਸਮਾਚਾਰ ਸੁਣਾਉਂਦੇ ਆ, ਬਚਨ ਸੁਣਾਉਂਦੇ ਆ, ਪ੍ਰਭੂ ਦੀ ਬਾਣੀ ਸੁਣਾਉਂਦੇ ਆ। ਮੰਨਦੇ ਆ ਤਾਂ ਠੀਕ ਹੈ, ਨਹੀਂ ਮੰਨਦੇ ਉਹ ਕਹਿੰਦੇ ਜੀ ਮੈਂ ਨਹੀਂ ਮੰਨਦਾ ਇਹਨਾਂ ਗੱਲਾਂ ਨੂੰ, ਜੀ ਅਸੀਂ ਤਾਂ ਉਹੀ ਕਰਾਂਗੇ ਜੋ ਅਸੀਂ ਕਰਦੇ ਆਏ ਆ। ਆਪਣੀ ਸੰਗਤੀ ਉਹਦੇ ਨਾਲੋਂ ਤੋੜ ਲਓ। ਜੇ ਤੁਸੀਂ ਆਪਣੀ ਸੰਗਤੀ ਉਹਦੇ ਨਾਲੋਂ ਨਹੀਂ ਤੋੜੀ, ਇੱਕ ਦਿਨ ਉਹ ਸੰਗਤੀ ਤੁਹਾਡਾ ਨੁਕਸਾਨ ਕਰ ਦੇਗੀ। ਹਾਲੇਲੂਇਆ। ਧੋਖਾ ਨਾ ਖਾਓ। ਨਹੀਂ ਜੀ ਪ੍ਰਭੂ ਸਾਰੀ ਦੁਨੀਆ ਪਰਮੇਸ਼ਵਰ ਦੀ ਆ, ਸਾਰੇ ਲੋਕ ਪਰਮੇਸ਼ਵਰ ਦੇ ਆ, ਫਿਰ ਕੀ ਹੋਗਾ? ਜਿਸ ਉਹਨਾਂ ਦੇ ਕੋਲੇ ਜਾਂਦੇ ਆ, ਉਹਨਾਂ ਨਾਲ ਮਿਲਦੇ ਜੁਲਦੇ ਆ, ਉਹਨਾਂ ਨਾਲ ਉੱਠਦੇ ਬੈਠਦੇ ਆ, ਉਹਨਾਂ ਨਾਲ ਤੁਰਦੇ ਫਿਰਦੇ ਆ। ਜੇ ਮਨਾ ਨਾ ਹੁੰਦਾ ਤਾਂ ਪਰਮੇਸ਼ਵਰ ਕਦੇ ਵੀ ਵਚਨ ਦੇ ਵਿੱਚ ਲਿਖ ਕੇ ਨਾ ਦਿੰਦਾ ਕਿ ਬੁਰੀ ਸੰਗਤੀ ਚੰਗੇ ਚਰਿੱਤਰ ਨੂੰ ਵਿਗਾੜੇਗੀ। ਤੁਹਾਡਾ ਚਰਿੱਤਰ ਕੀ ਹੈ? ਤੁਸੀਂ ਅੱਛੇ ਲੋਕ ਹੋ, ਤੁਸੀਂ ਦੁਆ ਕਰਨ ਵਾਲੇ ਹੋ, ਹਜ਼ੂਰੀ ਚ ਆਉਣ ਵਾਲੇ ਹੋ, ਵਚਨ ਪੜਨ ਵਾਲੇ ਹੋ, ਪ੍ਰਭੂ ਭੋਜ ਲੈਣ ਵਾਲੇ ਹੋ, ਤੁਸੀਂ ਗਾਲਾਂ ਨਹੀਂ ਕੱਢਦੇ, ਤੁਸੀਂ ਚੋਰੀ ਨਹੀਂ ਕਰਦੇ, ਤੁਸੀਂ ਵਿਭਚਾਰ ਨਹੀਂ ਕਰਦੇ, ਤੁਸੀਂ ਕੋਈ ਪਾਪ ਨਹੀਂ ਕਰਦੇ, ਤੁਹਾਡਾ ਚਰਿੱਤਰ ਬੜਾ ਵਧੀਆ ਹੈ। ਯਾਦ ਰੱਖੋ, ਜੇ ਤੁਸੀਂ ਉਸ ਵਿਅਕਤੀ ਦੇ ਨਾਲ ਰਹੇ ਜਿਹਦੀ ਜ਼ਿੰਦਗੀ ਚ ਪਰਮੇਸ਼ਵਰ ਦੀ ਪ੍ਰੈਜ਼ੈਂਸ ਨਹੀਂ ਆ, ਅਗਰ ਖਾਲੀ ਹੈ ਖੁਦਾ ਤੋਂ, ਤਾਂ ਦੁਸ਼ਟ ਦੀ ਪ੍ਰੈਜ਼ੈਂਸ ਉਹਦੇ ਅੰਦਰ ਹੈ, ਉਸ ਸਪਿਰਿਟ ਦੀ ਹਜ਼ੂਰੀ ਉਹਦੇ ਅੰਦਰ ਹੈ, ਜਿਹੜੀ ਤੁਹਾਡਾ ਨੁਕਸਾਨ ਕਿਤੇ ਨਾ ਕਿਤੇ ਕਰੇ। ਹਾਲੇਲੂਇਆ। ਸਾਡੇ ਕੋਲ ਜਿਹੇ ਜਿਹੇ ਰਿਸ਼ਤੇਦਾਰ ਆ, ਉਹਨਾਂ ਨੂੰ ਸੁਸਮਾਚਾਰ ਸੁਣਾਉਣ ਮੈਂ ਗਿਆ, ਉਹਨਾਂ ਨੇ ਬੜਾ ਗਲਤ ਵਰਡ ਯੂਜ਼ ਕਰਕੇ ਮੈਨੂੰ ਭਜਾ ਦਿੱਤਾ। ਇਹ ਨਹੀਂ ਕਿ ਮੈਂ ਪਿਆਰ ਨਹੀਂ ਕਰਦਾ, ਪਿਆਰ ਕਰਦਾ, ਅੱਜ ਵੀ ਪ੍ਰਾਰਥਨਾ ਕਰਦਾ ਨਾ ਪ੍ਰਭੂ ਉਹਨਾਂ ਦਾ ਮਨ ਬਦਲ। ਬੜੀ ਕੋਸ਼ਿਸ਼ ਕੀਤੀ ਮੈਂ ਜਾਣ ਦੀ, ਪਵਿੱਤਰ ਆਤਮਾ ਕਹਿੰਦਾ ਨਹੀਂ ਜਾਣਾ। ਪਵਿੱਤਰ ਆਤਮਾ ਨੇ ਮੈਨੂੰ ਮਨਾ ਕਰ ਦਿੱਤਾ। ਹਾਲੇਲੂਇਆ। ਇੱਕ ਥਾਂ ਤੇ ਪੌਲਸ ਜਾਣ ਲੱਗਦਾ, ਪਵਿੱਤਰ ਆਤਮਾ ਕਹਿੰਦਾ ਇੱਥੇ ਪ੍ਰਚਾਰ ਕਰਨਾ ਨਹੀਂ ਜਾਣਾ। ਖੁਦਾ ਜਿੱਥੇ ਸਾਨੂੰ ਜਾਣ ਤੋਂ ਰੋਕਦਾ ਉੱਥੇ ਰੀਜ਼ਨ ਹੈ ਕੋਈ। ਅੱਜ ਤੱਕ ਮੈਂ ਉਹਨਾਂ ਦੇ ਘਰੇ ਨਹੀਂ ਗਿਆ, ਆਪਣੇ ਸਕੇ ਰਿਸ਼ਤੇ ਆ ਮੇਰੇ, ਮੇਰੀ ਮੰਮੀ ਦੇ ਬਲੱਡ ਰਿਲੇਸ਼ਨ ਹੈ, ਮੈਂ ਕਦੇ ਨਹੀਂ ਗਿਆ ਉਹਨਾਂ ਦੇ ਕੋਲ। ਕਿਉਂ? ਮੈਨੂੰ ਪ੍ਰਭੂ ਦਾ ਆਤਮਾ ਰੋਕਦਾ ਹੈ, ਕਿਉਂਕਿ ਜੇ ਅਸੀਂ याद रखो जी खुदा दा नरादर करने वाले आ
ਜੇ ਉਹ ਖੁਦਾ ਦੇ ਸਕੇ ਨਹੀਂ ਆ, ਜਿਹੜਾ ਸਾਹ ਦੇ ਰਿਹਾ, ਆਤਮਾ ਦਾ ਦਾਨ ਦੇ ਰਿਹਾਗਾ, ਉਹ ਤੁਹਾਡੇ ਤੇ ਮੇਰੇ ਵੀ ਸਕੇ ਨਹੀਂ ਹੋ ਸਕਦੇ। ਰੱਬ ਹਾਲੇਲੂਇਆ। ਅਜਿਹੇ ਲੋਕਾਂ ਦੇ ਨਾਲ ਜੇ ਆਪਾਂ ਸਮਾਂ ਬਤੀਤ ਕਰਾਂਗੇ, ਅਜਿਹੇ ਲੋਕਾਂ ਦੇ ਕੋਲੇ ਆਪਾਂ ਆਵਾਂਗੇ ਜਾਵਾਂਗੇ, ਕਿਰਪਾ ਇੰਦਰ ਧਿਆਨ ਕਰੇ, ਫੋਨ ਨੂੰ ਬੰਦ ਕਰੇ ਕੋਈ ਸਮੇਂ ਵਾਸਤੇ। ਤੁਸੀਂ ਖੁਦਾ ਦਾ ਵਚਨ ਸੁਣਾਇਓ, ਬੜੇ ਧਿਆਨ ਨਾਲ ਖੁਦਾ ਦਾ ਵਚਨ ਸੁਣੋ। ਸਾਰਾ ਦਿਨ ਆਪਣੇ ਕੋਲੇ ਹਫਤਾ ਪੂਰਾ ਹੀ ਮੋਬਾਈਲ ਚਲਾਉਂਦੇ, ਜਦੋਂ ਖੁਦਾ ਦਾ ਵਚਨ ਚੱਲਦਾ ਕਿਰਪਾ ਥੋੜਾ ਧਿਆਨ ਦਿਓ। ਰੱਬ ਹਾਲੇਲੂਇਆ। ਸਾਡੇ ਦੋਸਤ ਕਿੱਦਾਂ ਦੇ ਨੇ, ਅਸੀਂ ਕਿਹੋ ਜਿਹੇ ਲੋਕਾਂ ਦੇ ਨਾਲ ਰਹਿੰਦੇ ਹਾਂ, ਕਿੱਦਾਂ ਦੀਆਂ ਸਹੇਲੀਆਂ ਸਾਡੀਆਂ, ਕਿੱਦਾਂ ਦੇ ਦੋਸਤ ਹੈ ਸਾਡੇ, ਕਿਹੋ ਜਿਹੇ ਲੋਕ ਨੇ ਜਿਹੜੇ ਆਪਸ ਵਿੱਚ ਬੈਠਦੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਹਾਨੂੰ ਕੀ ਲੱਗਦਾ ਹੈ ਉਹਨਾਂ ਦੀਆਂ ਗੱਲਾਂ ਦਾ ਤੁਹਾਡੇ ਤੇ ਅਸਰ ਨਹੀਂ ਹੋਏਗਾ? ਤੁਹਾਨੂੰ ਕੀ ਲੱਗਦਾ ਹੈਗਾ ਜੇ ਸਾਡੀ ਗੱਲ ਕਿਸੇ ਨੂੰ ਅੰਦਰੋਂ ਹਿਲਾਉਂਦੀ ਹੈ ਤੇ ਉਹਦੀ ਗੱਲ ਤੁਹਾਨੂੰ ਕਿਉਂ ਨਾ ਹਿਲਾਏਗੀ ਜੇ ਸਪਿਰਚੁਅਲੀ ਕਮਜ਼ੋਰ ਹੈ ਤਾਂ? ਰੱਬ ਹਾਲੇਲੂਇਆ। ਮੈਂ ਜਦ ਪ੍ਰਭੂ ਦੇ ਵਿੱਚ ਨਹੀਂ ਸੀਗਾ, ਮੇਰੀ ਸੰਗਤੀ ਬੜੇ ਗਲਤ ਲੋਕਾਂ ਦੇ ਨਾਲ ਸੀ, ਚੋਰੀ ਕਰਨ ਵਾਲੇ, ਲੜਾਈ ਝਗੜੇ ਕਰਨ ਵਾਲੇ, ਨਸ਼ੇ ਕਰਨ ਵਾਲੇ, ਕੁੱਟਮਾਰ ਕਰਨ ਵਾਲੇ। ਖੈਰ ਮੈਂ ਨਹੀਂ ਸੀ ਕਰਦਾ ਹੁੰਦਾ, ਗਾਲਾਂ ਕੱਢਣ ਵਾਲੇ, ਗੰਦੀਆਂ ਗੱਲਾਂ ਕਰਨ ਵਾਲੇ। ਔਰ ਜਾਣਦੇ ਜਦ ਮੈਂ ਮਸੀਹ ਵਿੱਚ ਜਨਮਿਆ, ਮੈਂ ਵਧਿਆ ਪ੍ਰਭੂ ਚ ਪ੍ਰਾਰਥਨਾ, ਬਾਈਬਲ ਰੀਡਿੰਗ, ਪਵਿੱਤਰ ਆਤਮਾ ਪਾਇਆ। ਮੈਂ ਉਹਨਾਂ ਲੋਕਾਂ ਚ ਇੱਕ ਦਿਨ ਬੈਠਾ, ਉਹ ਮਜ਼ਾਕ ਕਰ ਰਹੇ ਸੀ, ਕਿਸੇ ਲੇਡੀਜ਼ ਦਾ, ਕਿਸੇ ਜੈਂਟਸ ਦਾ ਕਰ ਰਹੇ ਸੀਗੇ ਮਜ਼ਾਕ। ਔਰ ਜਾਣਦੇ ਗੱਲਾਂ ਕਰਦੇ ਕਰਦੇ ਮੈਂ ਉਹਨਾਂ ਨਾਲ ਸਹਿਮਤ ਹੋਇਆ। ਉਹ ਮਜ਼ਾਕ ਜਿਹੜਾ ਉਹ ਕਰ ਰਹੇ ਸੀ, ਉਹੀ ਮਜ਼ਾਕ ਦਾ ਅਸਰ ਮੇਰੇ ਤੇ ਵੀ ਹੋਇਆ, ਮੈਂ ਵੀ ਉਦਾਂ ਹੀ ਕਰਨ ਲੱਗ ਪਿਆ। ਪਰਮੇਸ਼ਵਰ ਦੀ ਆਤਮਾ ਨੇ ਮੈਨੂੰ ਅੰਦਰੋਂ ਤੋੜਿਆ, ਜੋ ਪ੍ਰੇਰ ਦੇ ਵਿੱਚ ਗਿਆ। ਜਿਹੜੇ ਲੋਕ ਖੁਦਾ ਨਾਲ ਜੁੜੇ ਹੁੰਦੇ ਆ, ਪਰਮੇਸ਼ਵਰ ਦਾ ਆਤਮਾ ਉਹਨਾਂ ਨੂੰ ਸਿਖਾਉਂਦਾ ਰਹਿੰਦਾ ਹੈ। ਪ੍ਰਭੂ ਨੇ ਕਿਹਾ ਇਹਨਾਂ ਦੀ ਸੰਗਤੀ ਛੱਡ ਦੇ, ਜੇ ਤੂੰ ਇਹਨਾਂ ਦੀ ਸੰਗਤੀ ਨਾ ਛੱਡੀ ਤੂੰ ਇਹਨਾਂ ਵਰਗਾ ਬਣ ਜਾਏਗਾ। ਮੈਂ ਉਹਨਾਂ ਦੀ ਸੰਗਤੀ ਛੱਡ ਦਿੱਤੀ। ਇੱਕ ਮੇਰਾ ਚਾਚੇ ਦਾ ਲੜਕਾ ਸੀ, ਉਹਨੇ ਨਹੀਂ ਛੱਡੀ, ਉਹ ਵੀ ਬਹੁਤ ਵਧੀਆ ਨਸ਼ੇ ਛੱਡ ਗਿਆ ਸੀ, ਪਾਪ ਛੱਡ ਗਿਆ ਸੀ, ਵਿਭਚਾਰ ਛੱਡ ਗਿਆ ਸੀਗਾ, ਸਿੱਤਾ, ਬੀੜੀਆਂ, ਸ਼ਰਾਬ ਸਭ ਕੁਝ ਛੱਡ ਗਿਆ ਸੀ, ਬੜਾ ਅੱਛਾ ਹੋ ਗਿਆ ਸੀ। 2-2 ਘੰਟੇ ਪ੍ਰੇਅਰ ਕਰਦਾ ਹੁੰਦਾ ਸੀ, ਸਾਰਾ ਦਿਨ ਰੱਬ ਦੀ ਗੱਲ ਹੀ ਕਰਦਾ ਹੁੰਦਾ ਸੀ। ਮੈਂ ਉਹ ਸੰਗਤੀ ਛੱਡ ਦਿੱਤੀ, ਮੈਂ ਉਸ ਸੰਗਤੀ ਤੋਂ ਅਲੱਗ ਹੋ ਗਿਆ, ਕਿਉਂਕਿ ਪਵਿੱਤਰ ਆਤਮਾ ਨੇ ਮੈਨੂੰ ਇਦਾਂ ਕਿਹਾ। ਉਦੋਂ ਵਚਨ ਨੇ ਸ਼ਾਇਦ ਮੈਂ ਨਹੀਂ ਸੀ ਜਾਣਦਾ ਜਿਹੜਾ ਅੱਜ ਮੈਂ ਪ੍ਰਚਾਰ ਕਰ ਰਿਹਾ, ਉਸ ਸਮੇਂ ਜਦੋਂ ਮੈਂ ਮਸੀਹ ਵਿੱਚ ਜਨਮਿਆ ਸੀ। ਹਾਲੇਲੂਇਆ। ਉਹ ਬੰਦੇ ਨੇ ਉਹ ਸੰਗਤੀ ਨਹੀਂ ਛੱਡੀ। ਹੌਲੀ ਹੌਲੀ ਸ਼ੈਤਾਨ ਯਕਦਮ ਕੰਮ ਨਹੀਂ ਕਰਦਾ ਹੈ, ਹੌਲੀ ਹੌਲੀ ਕੀ ਹੋਇਆ, ਉਸ ਸੰਗਤੀ ਦਾ ਉੱਤੇ ਅਸਰ ਹੋਣਾ ਸ਼ੁਰੂ ਹੋਇਆ। ਫਿਲਮਾਂ ਦੇਖਣ ਲੱਗ ਪਿਆ, ਪ੍ਰਾਰਥਨਾ ਘਟ ਗਈ, ਆਤਮਿਕ ਬੰਦਿਆਂ ਨਾਲ ਮੇਲ ਜੋਲ ਘਟ ਗਿਆ, ਐਤਵਾਰ ਹਜ਼ੂਰੀ 'ਚ ਜਾਣਾ ਘਟ ਗਿਆ, ਘਟਦਾ ਘਰ 'ਚ ਪ੍ਰਾਰਥਨਾ ਕਰਨੀ ਵੀ ਘਟ ਕਰਦੀ, ਹੌਲੀ ਹੌਲੀ ਫੈਮਿਲੀ ਵੀ ਘਟ ਗਈ। ਸ਼ੈਤਾਨ ਨੇ ਹੌਲੀ ਹੌਲੀ ਦੀ ਜ਼ਿੰਦਗੀ 'ਚ ਕੰਮ, ਕੋਈ ਨਾ ਫਿਰ ਕੀ ਜੇ ਆਪਾਂ ਸੰਗਤ ਦੇ ਆਪਾਂ ਕਿਹੜਾ ਨਸ਼ਾ ਕਰਦੇ ਆ, ਆਪਾਂ ਕਿਹੜਾ ਵਿਭਚਾਰ ਕਰਦੇ ਆ, ਫਿਰ ਕਿਉਂਕਿ ਸੰਗਤ ਦੇ ਨਹੀਂ ਜਾਂਦੇ ਕਿ ਟਾਈਮ ਨਹੀਂ ਹੈਗਾ ਜੀ, ਕੰਮ ਜ਼ਿਆਦਾ ਆ ਗਿਆ ਜੀ। ਹੁਣ ਹੌਲੀ ਹੌਲੀ ਉਹੀ ਬੁਰੀ ਸੰਗਤੀ, ਬੁਰੇ ਦੋਸਤ, ਸਿਗਰਟ ਤੋਂ ਫਿਰ ਕੰਮ ਸ਼ੁਰੂ ਹੋਇਆ। ਸਿਗਰਟ ਪੀਤੀ, ਇੱਕ ਦਿਨ ਪੀਤੀ, ਹੌਲੀ ਹੌਲੀ ਸ਼ਰਾਬ, ਤੰਬਾਕੂ, ਅਫੀਮ, ਪਤਾ ਨਹੀਂ ਕਿੰਨੇ ਕੁ ਨਸ਼ੇ ਜਿਨ੍ਹਾਂ ਤੋਂ ਖੁਦਾ ਨੇ ਛੁਡਾਇਆ ਸੀ। ਫਿਰ ਵਿਭਚਾਰ 'ਚ ਪਿਆ। ਕਿਉਂ ਵਿਭਚਾਰ 'ਚ ਪਿਆ? ਤੁਸੀਂ ਜਿਹੋ ਜਿਹੇ ਲੋਕਾਂ ਦੇ ਨਾਲ ਬੈਠੋਗੇ, ਤੁਹਾਡੇ ਉਹ ਭਾਵੇਂ ਰਿਸ਼ਤੇਦਾਰ ਹੀ ਹੋਣ। ਹਾਲੇਲੂਇਆ। ਪਰਮੇਸ਼ਵਰ ਨੇ ਇਜ਼ਰਾਈਲੀਆਂ ਨੂੰ ਕਿਹਾ, ਕਹਿੰਦਾ ਜੇ ਤੇਰੀ ਸੱਕੀ ਬੇਟੀ ਹੋਵੇ, ਤੇਰਾ ਬੇਟਾ ਹੋਵੇ, ਤੇਰਾ ਭਾਈ ਹੋਵੇ, ਤੇਰੀ ਭੈਣ ਹੋਵੇ, ਤੇਰੀ ਪਤਨੀ ਵੀ ਕਿਉਂ ਨਾ ਹੋਵੇ, ਜੇ ਤੈਨੂੰ ਉਹ ਮੇਥੋਂ ਦੂਰ ਕਰਦੀ ਹੈ, ਉਹਨੂੰ ਛੱਡ ਦੇ, ਤੋਂ ਅਲੱਗ ਹੋ ਜਾ। ਪੜਾਉਂਗਾ ਬੱਚਾ ਤੁਹਾਨੂੰ, ਵਿਵਸਥਾ ਸਾਹਿਬ 'ਚ ਲਿਖਿਆ ਹੈ। ਹਾਲੇਲੂਇਆ। ਉਹਦੀ ਜ਼ਿੰਦਗੀ ਨਰਕ ਬਣ। ਹੁਣ ਦੁਬਾਰਾ ਉਹ ਆਉਣ ਦੀ ਕੋਸ਼ਿਸ਼ ਕਰਦਾ ਹੈ। ਮੈਂ ਤੁਹਾਨੂੰ ਦੱਸ ਰਿਹਾਗਾ ਇੱਕ ਗਲਤ ਸੰਗਤੀ ਦਾ ਕਿੱਡਾ ਪ੍ਰਭਾਵ ਹੈ। ਜੇ ਸ਼ਰਾਬ ਪੀਣ ਨਾਲ ਬੈਠੋਗੇ, ਉਹੀ ਸਪਿਰਿਟ ਤੁਹਾਡੇ ਅੰਦਰ ਕੰਮ ਕਰੇਗੀ। ਗਾਲਾਂ ਕੱਢਣ ਵਾਲੇ ਬੰਦੇ ਨਾਲ ਰਹੋਗੇ ਤੇ ਗਾਲਾਂ ਕੱਢਣ ਦੀ ਆਦਤ ਤੁਹਾਡੀ ਕਦੇ ਖਤਮ ਨਹੀਂ ਹੋਏਗੀ।
ਚੁਗਲੀ ਕਰਨ ਵਾਲੇ ਦੇ ਨਾਲ ਰਹੋਗੇ, ਚੁਗਲੀ ਦੀ ਆਦਤ ਤੁਹਾਨੂੰ ਪਏਗੀ। ਗੰਦੀਆਂ ਗੱਲਾਂ ਕਰਨ ਵਾਲੇ ਵਿਅਕਤੀ ਦੇ ਨਾਲ ਰਹੋਗੇ, ਉਦਾਂ ਦੀ ਆਦਤ ਤੁਹਾਡੇ ਉੱਪਰ ਆਏਗੀ। ਹਾਲੇਲੂਇਆ। परमेश्वर ने अब्राहम को क्यों किया? अब्राहम अपना घराना, अपने रिश्तेदार ਅਤੇ ਆਪਣੇ ਪਿਓ ਦੇ ਘਰ ਨੂੰ ਛੱਡ ਕੇ ਚਲਾ ਜਾਂਦਾ। ਹਾਲੇਲੂਇਆ। ਪ੍ਰਭੂ ਤੁਹਾਨੂੰ ਉਹਨਾਂ ਚਿਰ ਉਹ ਚੀਜ਼ ਨਹੀਂ ਦੇ ਸਕਦਾ, ਪ੍ਰਭੂ ਤੁਹਾਨੂੰ ਉਹਨਾਂ ਚਿਰ ਉਹ ਆਸ਼ੀਸ਼ ਨਹੀਂ ਦੇ ਸਕਦਾ ਜਿਹੜੀ ਤੁਸੀਂ ਮੰਗਦੇ ਹੋ, ਜਿੰਨਾ ਚਿਰ ਤੁਸੀਂ ਉਹਦੇ ਵਚਨ ਦੇ ਦੁਆਰਾ ਅਲੱਗ ਨਹੀਂ ਹੁੰਦੇ। ਅਬਰਾਹਮ ਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ, ਫਿਰ ਵੀ ਉਹਨੇ ਇੱਕ ਮਿਸਟੇਕ ਕੀਤੀ। ਉਹ ਲੂਤ ਨੂੰ ਨਾਲ ਲੈ ਕੇ ਗਿਆ। ਪਰਮੇਸ਼ਰ ਨੇ ਕਿਹਨੂੰ ਬੁਲਾਇਆ ਸੀਗਾ? ਅਬਰਾਹਮ। ਉਹ ਲੂਤ ਨੂੰ ਨਾਲ ਲੈ ਕੇ ਚਲਾ ਜਾਂਦਾ ਹੈ। ਜਿੰਨਾ ਚਿਰ ਲੂਤ ਅਬਰਾਹਮ ਦੇ ਨਾਲ ਰਹਿੰਦਾ ਹੈ, ਪਰਮੇਸ਼ਰ ਉਹਦੇ ਉੱਪਰ ਆਪਣੀ ਯੋਜਨਾ, ਜੋ ਕੁਝ ਨੂੰ ਦੇਣਾ ਹੈ, ਕੀ ਦੇਣਾ ਹੈ, ਕਿੱਥੋਂ ਤੱਕ ਦੇਣਾ ਹੈ, ਕੁਝ ਵੀ ਜ਼ਾਹਿਰ ਕੀਤਾ। ਕਈ ਲੋਕ ਇਦਾਂ ਦੇ ਤੁਹਾਡੀ ਜ਼ਿੰਦਗੀ 'ਚ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਆ, ਜਿੰਨਾ ਚਿਰ ਉਹ ਤੁਹਾਡੇ ਨਾਲ ਜੁੜੇ, ਖੁਦਾ ਤੁਹਾਨੂੰ ਬਰਕਤ ਨਹੀਂ ਦਿੰਦਾ। ਉਹਨਾਂ ਚਿਰ ਪਰਮੇਸ਼ਵਰ ਤੁਹਾਨੂੰ ਉਹ ਆਸ਼ੀਸ਼ ਨਹੀਂ ਦਿੰਦਾ ਜਿਹੜੀ ਤੁਸੀਂ ਮੰਗਦੇ ਹੋ। ਕਿਤੇ ਨਾ ਕਿਤੇ ਉਹ ਲੋਕਾਂ ਦੀ ਜ਼ਿੰਦਗੀ ਦਾ ਅਸਰ ਤੁਹਾਡੇ ਉੱਪਰ ਹੁੰਦਾਗਾ। ਹਾਲੇਲੂਇਆ। ਜਿਵੇਂ ਹੀ ਲੂਤ ਅਬਰਾਹਮ ਤੋਂ ਅੱਡ ਹੁੰਦਾ, ਉਸ ਤੋਂ ਬਾਅਦ ਹੀ ਪਰਮੇਸ਼ਰ ਨੂੰ ਕਹਿੰਦਾ, ਅਬਰਾਹਮ ਇਹ ਜ਼ਮੀਨ ਦੇਖ। ਸਾਰਾ ਪਾਸਾ ਵਿਖਾਉਂਦਾ ਉਹਨੂੰ, ਕਹਿੰਦਾ ਸਾਰੀ ਜ਼ਮੀਨ ਮੈਂ ਤੈਨੂੰ, ਤੇਰੀ ਸੰਤਾਨ ਨੂੰ ਦੇ ਦੇਵਾਂਗਾ। ਕਿਉਂ ਅਬਰਾਹਮ ਨੂੰ ਉੱਥੋਂ ਕੱਢਿਆ? ਕਿਉਂਕਿ ਉਹ ਏਰੀਆ ਮੂਰਤੀ ਪੂਜਕ ਏਰੀਆ ਸੀਗਾ। ਕਿਉਂਕਿ ਪਰਮੇਸ਼ਵਰ ਆਤਮਾ ਹੈ। ਅਗਰ ਪਰਮੇਸ਼ਰ ਦਾ ਆਤਮਾ ਤੁਹਾਡੇ ਕੋਲ ਰਹਿਣਾ ਹੈ, ਪਰਮੇਸ਼ਵਰ ਦੀ ਆਤਮਾ ਨੇ ਤੁਹਾਡੇ ਨਾਲ ਗੱਲ ਕਰਨੀ ਹੈ। ਹਾਲੇਲੂਇਆ। ਪਰਮੇਸ਼ਰ ਦੀ ਆਤਮਾ ਨੇ ਤੁਹਾਡੇ ਨਾਲ ਗੱਲ ਕਰਨੀ ਹੈ, ਤਾਂ ਤੁਹਾਨੂੰ ਆਤਮਿਕ ਸਥਰ ਦੇ ਵਿੱਚ ਰਹਿਣਾ ਪਏਗਾ, ਜਿੱਥੇ ਪਰਮੇਸ਼ਰ ਤੁਹਾਡੇ ਨਾਲ ਗੱਲ ਕਰੇ। ਆਤਮਿਕ ਮਾਹੌਲ 'ਚ ਰਹਿਣਾ ਪਏਗਾ, ਆਤਮਿਕ ਲੋਕਾਂ ਨਾਲ ਸੰਗਤੀ ਕਰਨੀ ਪਏਗੀ, ਜਿੱਥੇ ਪਰਮੇਸ਼ਰ ਤੁਹਾਡੇ ਨਾਲ ਗੱਲ ਕਰੇ। ਹਾਲੇਲੂਇਆ। ਕਿਉਂ ਸਮਸੂਨ ਐਡੀ ਵੱਡੀ ਪਾਵਰ ਪਾਇਆ ਹੋਇਆ ਵਿਅਕਤੀ ਫੇਲ ਹੋ ਗਿਆ ਆਪਣੀ ਜ਼ਿੰਦਗੀ 'ਚ? ਜਿਹੜੇ ਮਕਸਦ ਲਈ ਖੁਦਾ ਨੇ ਬਲ ਦਿੱਤਾ ਸੀਗਾ, ਆਤਮਾ ਦਿੱਤਾ ਸੀ, ਅਭਿਸ਼ੇਕ ਦਿੱਤਾ ਸੀਗਾ, ਉਹਦਾ ਪੂਰਾ ਪ੍ਰਯੋਗ ਕਿਉਂ ਨਹੀਂ ਕਰ ਪਾਇਆ? ਪਰਮੇਸ਼ਵਰ ਨੇ ਕਿਹਾ ਸੀ, ਤੁਸੀਂ ਜੋ ਇਜ਼ਰਾਈਲੀ ਨਹੀਂ ਹੈ, ਗੈਰ ਯਹੂਦੀਆਂ ਦੇ ਵਿੱਚੋਂ ਰਿਸ਼ਤਾ ਨਹੀਂ ਲੈਣਾ। ਉਹਨੇ ਫਿਲਿਸਤੀਨੀਆਂ ਦੀ ਲੜਕੀ ਨਾਲ ਸ਼ਾਦੀ ਕੀਤੀ। ਹਾਲੇਲੂਇਆ। ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹਾਂ, ਹਰ ਇੱਕ ਵਿਅਕਤੀ ਇੱਕ ਆਤਮਾ ਦੇ ਹੇਠ ਹੈ। ਕੋਈ ਵਿਅਕਤੀ ਆਤਮਾ ਤੋਂ ਖਾਲੀ ਨਹੀਂ ਆ। ਹਾਲੇਲੂਇਆ। ਹਰ ਇੱਕ ਵਿਅਕਤੀ ਇੱਕ ਆਤਮਾ ਦੇ ਹੇਠ ਹੈ। ਅਗਰ ਤੁਸੀਂ ਪ੍ਰਭੂ ਨੂੰ ਮੰਨਦੇ ਨਾ, ਤੁਸੀਂ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਹੋ, ਤੁਸੀਂ ਪਵਿੱਤਰ ਆਤਮਾ ਦੇ ਹੇਠ ਹੋ। ਅਗਰ ਕੋਈ ਪਰਮੇਸ਼ਰ ਤੋਂ ਅਲੱਗ ਹੈ, ਬਪਟਾਈਜ਼ ਨਹੀਂ ਆ, ਗਲਤ ਕੰਮਾਂ 'ਚ ਹੈ, ਪਾਪ 'ਚ ਹੈ, ਉਹਦੇ ਉੱਪਰ ਪਵਿੱਤਰ ਆਤਮਾ ਦਾ ਅਧਿਕਾਰ ਨਹੀਂ ਹੈ, ਤਾਂ ਦੁਸ਼ਟ ਆਤਮਾ ਦਾ ਅਧਿਕਾਰ ਹੈ। ਹਾਲੇਲੂਇਆ। ਉਦਾਹਰਨ ਦੇ ਤੌਰ ਤੇ ਮੰਨ ਲਓ ਇੱਕ ਵਿਅਕਤੀ ਹੈ, ਉਹਨੇ ਕਿਸੇ ਨੰਗੀ ਤਾਰ ਨੂੰ ਹੱਥ ਪਾ ਲਿਆ, ਘੁੱਟ ਕੇ, ਉਹਨੂੰ ਕਰੰਟ ਲੱਗ ਰਿਹਾ ਹੈ। ਉਹਦੀ ਬਾਡੀ 'ਚ ਕੀ ਆ ਗਿਆ? ਕਰੰਟ। ਜੇ ਸਾਵਧਾਨੀ ਨਾਲ ਨਹੀਂ ਫੜੋਗੇ, ਤੁਹਾਨੂੰ ਲੱਗ ਸਕਦਾ ਹੈ। ਅਗਰ ਸਾਵਧਾਨੀ ਦੇ ਨਾਲ ਕਿਸੇ ਚੀਜ਼ ਨੂੰ ਵਿੱਚ ਲਿਆ ਕੇ, ਚਾਹੇ ਰਬੜ ਹੈ, ਕੁਝ ਵੀ ਹੈ, ਜਿਹਦਾ ਕਰੰਟ ਤੁਹਾਨੂੰ ਪਾਸ ਨਾ ਕਰ ਸਕੇ, ਉਹ 'ਚੋਂ ਪਾਸ ਹੋ ਕੇ ਤੁਹਾਨੂੰ ਨੁਕਸਾਨ ਨਾ ਕਰੇ, ਉਸ ਚੀਜ਼ ਨੂੰ ਯੂਜ਼ ਨਹੀਂ ਕਰੋਗੇ, ਤਾਂ ਉਹ ਕਰੰਟ ਤੁਹਾਡਾ ਵੀ ਉਨਾ ਹੀ ਨੁਕਸਾਨ ਕਰੇਗਾ ਜਿੰਨਾ ਉਹਦੇ ਨਾਲੋਂ ਜ਼ਿਆਦਾ ਕਰੇਗਾ। ਸਮਝ ਰਹੇ ਮੇਰੀ ਗੱਲ? ਹਾਲੇਲੂਇਆ। ਇੱਕ ਬੰਦੇ ਦੇ ਅੰਦਰ ਕੁਝ ਗਲਤ ਆਦਤਾਂ ਹੈ, ਤੁਸੀਂ ਉਹਦਾ ਸਾਥ ਨਹੀਂ ਛੱਡ ਰਹੇ, ਉਹਦੇ ਨਾਲ ਜਾ ਰਹੇ ਹੋ, ਉਹਦੇ ਨਾਲ ਖਾ ਰਹੇ ਹੋ, ਉਹਦੇ ਨਾਲ ਪੀ ਰਹੇ ਹੋ, ਉਹਦੇ ਨਾਲ ਘੁੰਮ ਰਹੇ ਹੋ। ਜਿੰਨੀਆਂ ਗੰਦੀਆਂ ਆਦਤਾਂ ਨੇ ਉਹਦਾ ਨੁਕਸਾਨ ਨਹੀਂ ਕੀਤਾ, ਤੁਹਾਡਾ ਵੱਧ ਕਰਨਗੇ। ਕਿਉਂਕਿ ਸ਼ੈਤਾਨ ਨੂੰ ਇੱਕ ਰਾਹ ਚਾਹੀਦਾਗਾ ਤੁਹਾਨੂੰ ਖਰਾਬ ਕਰਨ ਦਾ। ਸ਼ੈਤਾਨ ਨੂੰ ਇੱਕ ਮੌਕਾ ਚਾਹੀਦਾ ਤੁਹਾਡੀ ਜ਼ਿੰਦਗੀ ਨੂੰ ਨਸ਼ਟ ਕਰਨ ਦਾ। ਹਾਲੇਲੂਇਆ। ਪਰਮੇਸ਼ਵਰ ਦਾ ਜੋ ਵਚਨ ਲਿਖਿਆ ਗਿਆ, ਇਹਨੂੰ ਬੜੇ ਗੰਭੀਰਤਾ ਨਾਲ ਆਪਣੀ ਜ਼ਿੰਦਗੀ 'ਚ। ਹਾਲੇਲੂਇਆ।
ਇੱਕ ਜਗ੍ਹਾ ਸੀ ਸਾਡੇ ਉੱਥੇ, ਸਾਡੇ ਪਿੰਡ ਦੇ ਵਿੱਚ ਅੱਜ ਵੀ ਹੈ। ਪਹਿਲਾਂ ਜਾਂਦੇ ਹੁੰਦੇ ਸੀ, ਕੋਈ ਪ੍ਰੋਬਲਮ ਨਹੀਂ ਸੀ, ਕਿਉਂਕਿ ਉਹ ਉਦੋਂ ਦੇ ਅਧਿਕਾਰ 'ਚ ਸੀ। ਮਸੀਹ ਜਾ ਕੇ ਮਸੀਹ ਦੇ ਅਧਿਕਾਰ 'ਚ ਆਏ। ਹੁਣ ਮੈਂ ਜਦੋਂ ਉੱਥੇ ਜਾ ਰਿਹਾ ਹਾਂ, ਬੇਚੈਨੀ ਹੋ ਰਹੀ ਹੈ। ਪਵਿੱਤਰ ਆਤਮਾ ਕਹਿੰਦਾ ਤੂੰ ਚਲਾ ਜਾ। ਮੈਂ ਘਰੇ ਆਇਆ, ਮੈਂ ਪੁੱਛ ਰਿਹਾ ਪ੍ਰਭੂ ਸਾਰੀ ਧਰਤੀ ਦੇ ਰਹੀ ਹੈ, ਸਾਰੀ ਧਰਤੀ, ਫਿਰ ਉੱਥੇ ਕਿਉਂ? ਕੁਝ ਅਜਿਹੀਆਂ ਜਗ੍ਹਾਵਾਂ ਨੇ ਜਿੱਥੇ ਸ਼ੈਤਾਨ ਨੇ ਅਧਿਕਾਰ ਰੱਖਿਆ ਹੈ। ਸਪੈਸ਼ਲੀ ਦੁਸ਼ਟ ਆਤਮਾ ਦਾ ਅਧਿਕਾਰ ਹੈ ਉੱਥੇ। ਜੇ ਆਪਾਂ ਅਜਿਹੀਆਂ ਜਗ੍ਹਾਵਾਂ ਤੇ ਜਾਂਦੇ ਆ ਜਿੱਥੇ ਦੁਸ਼ਟ ਆਤਮਾ ਦੀ ਪੂਜਾ ਹੁੰਦੀ ਆ, ਦੁਸ਼ਟ ਆਤਮਾ ਨੂੰ ਬਲੀ ਚੜਾਈ ਜਾਂਦੀ ਆ, ਯਾਦ ਰੱਖੋ ਉੱਥੋਂ ਦੀਆਂ ਸਪਿਰਿਟ ਜਿਹੜੀਆਂ, ਉਹ ਦੁਸ਼ਟ ਆਤਮੇ ਜਿਹੜੇ ਆ ਉਹ ਤੁਹਾਡਾ ਪਿੱਛਾ ਕਰਨਗੇ, ਤੁਹਾਡਾ ਨੁਕਸਾਨ ਕਰਨਗੇ। ਹਾਲੇਲੂਇਆ। ਬੜੀਆਂ ਗੱਲਾਂ ਪ੍ਰਭੂ ਨੇ ਮੈਨੂੰ ਦੱਸੀਆਂ, ਆਤਮਾ ਦੇ ਵਿੱਚ ਮੈਂ ਸਿੱਖੀਆਂ ਗੱਲਾਂ। ਹਾਲੇਲੂਇਆ। ਜਿਹੜਾ ਵਚਨ ਆਪਾਂ ਅੱਜ ਸੁਣ ਰਹੇ ਆ, ਇਹ ਵੀ ਪਵਿੱਤਰ ਆਤਮਾ ਨੇ ਮੈਨੂੰ ਦਿੱਤਾ ਤੁਹਾਨੂੰ ਦੇਣਾ। ਹਾਲੇਲੂਇਆ। ਮੈਂ ਕਿਸੇ ਹੋਰ ਵਿਸ਼ੇ ਤੇ ਤਿਆਰੀ ਕਰ ਰਿਹਾ ਸੀ, ਜਦ ਮੈਂ ਪ੍ਰਾਰਥਨਾ ਵਿੱਚ ਸੀਗਾ ਸ਼ਾਮ ਰਾਤ ਦੇ ਸਮੇਂ, ਤਾਂ ਉਦੋਂ ਖੁਦਾ ਨੇ ਮੈਨੂੰ ਵਚਨ ਦਿੱਤਾ ਕਿ ਅੱਜ ਵੀ ਤੁਹਾਡੇ ਚੋਂ ਬੜੇ ਭੈਣ ਆ ਤੇ ਬੜੇ ਭਾਈ ਆ ਜਿਹੜੇ ਗਲਤ ਲੋਕਾਂ ਨਾਲ ਸੰਗਤੀ ਰੱਖਦੇ ਨੇ। ਹਾਲੇਲੂਇਆ। ਤੁਹਾਡੀ ਸੰਗਤੀ ਰਾਈਟ ਲੋਕਾਂ ਦੇ ਨਾਲ ਨਹੀਂ ਆ। ਅਗਰ ਕੋਈ ਵਿਭਚਾਰੀ ਬੰਦਾ ਹੈ, ਭੈਣ ਹੈ, ਵਿਭਚਾਰ ਕਰਦੀ ਹੈ, ਉਹਦਾ ਸਾਥ ਛੱਡ ਦਿਓ। ਕੋਈ ਵਿਅਕਤੀ ਨਸ਼ੇ ਕਰਦਾਗਾ, ਗਲਤ ਕੰਮ ਕਰਦਾ, ਉਹਦਾ ਸਾਥ ਛੱਡ ਦਿਓ। ਇਕੱਲੇ ਰਹਿਣਾ ਪਸੰਦ ਰੱਖੋ, ਇਕੱਲੇ ਰਹੋ, ਅਲੱਗ ਗੱਲ। ਹਾਲੇਲੂਇਆ। ਉਹਨਾਂ ਨਾਲ ਰਹਿ ਕੇ ਤੁਹਾਡੀ ਜ਼ਿੰਦਗੀ ਬਰਬਾਦ ਹੋ ਜਾਏਗੀ, ਤੁਹਾਡੀ ਜ਼ਿੰਦਗੀ ਖਰਾਬ ਹੋ ਜਾਊਗੀ, ਤੁਹਾਡੀ ਪਵਿੱਤਰਤਾ ਹੀ ਬਰਕਰਾਰ ਨਹੀਂ ਰਹਿ ਸਕਦੀ। ਹਾਲੇਲੂਇਆ। ਨਹੀਂ ਪਾਸਟਰ ਜੀ, ਉਹ ਸਾਡੇ ਪੁਰਾਣੇ ਰਿਸ਼ਤੇਦਾਰ ਹੈ ਜੀ, ਬੜੇ ਸੱਕੇ ਰਿਸ਼ਤੇਦਾਰ ਹੈ ਜੀ ਪੁਰਾਣਾ ਬੈਸਟ ਫਰੈਂਡ ਹੈ ਜੀ, ਬੜੀ ਪੱਕੀ ਸਹੇਲੀ ਹੈ ਮੇਰੀ। ਯਿਸੂ ਮਸੀਹ ਨਾਲੋਂ ਜ਼ਿਆਦਾ ਕੋਈ ਤੁਹਾਡਾ ਸਕਾ ਨਹੀਂ ਹੈ, ਚਾਹੇ ਮਾਂ ਹੈ, ਚਾਹੇ ਪਿਓ ਹੈ, ਚਾਹੇ ਭੈਣ। ਮੇਰਾ ਮਾਂ ਪਿਓ ਭੈਣ ਭਰਾ ਵੀ ਹੈਗੇ, ਪਰ ਜਿੰਨਾ ਸਕਾ ਯਿਸੂ ਮਸੀਹ ਮੇਰੇ ਲਈ ਹੈ, ਉਹਨਾਂ ਕੋਈ ਨਹੀਂ। ਇੱਥੋਂ ਤੱਕ ਵੀ ਪਤਨੀ ਵੀ ਉਨੀ ਸਕੀ ਨਹੀਂ ਆ ਜਿੰਨਾ ਮਸੀਹ ਸਾਡੇ ਲਈ ਸਕਾ ਹੈ। ਹਾਲੇਲੂਇਆ। ਪ੍ਰਭੂ ਤੁਹਾਡਾ ਕਦੇ ਵੀ ਨੁਕਸਾਨ ਨਹੀਂ ਚਾਹੁੰਦੇ। ਪ੍ਰਭੂ ਤੁਹਾਡੇ ਰਿਸ਼ਤੇਦਾਰਾਂ ਨੂੰ ਤੁਹਾਨੂੰ ਛਡਾਉਣਾ ਨਹੀਂ ਚਾਹੁੰਦੇ। ਉਹਨਾਂ ਲਈ ਇੱਕ ਦਰਦ ਰੱਖੋ, ਪ੍ਰੇਰ ਵਿੱਚ ਉਹਨਾਂ ਨੂੰ ਯਾਦ ਰੱਖੋ, ਸੰਗਤੀ ਨਾਲ। ਹਾਲੇਲੂਇਆ। ਮੇਲ ਜੋਲ ਨਾ ਕਰੋ। ਕੋਈ ਪ੍ਰੋਗਰਾਮ ਰੱਖਿਆ ਹੈ ਜੀ, ਅਸੀਂ ਆ ਰੱਖਿਆ ਜੀ, ਤੁਸੀਂ ਵੀ ਆਓ, ਨਹੀਂ, ਸਾਡਾ ਉਹ ਰਾਹ ਨਹੀਂ। ਇੱਕ ਵਚਨ ਆਪਾਂ ਪੜ੍ਹ ਦਿਆਂਗੇ, ਉਹ ਵੀ ਦੂਸਰਾ ਗ੍ਰੰਥੀਆਂ 6:14 ਵਚਨ। ਜਲਦੀ ਨਾਲ ਇਸ ਵਚਨ ਨੂੰ ਕੱਢਾਂਗੇ, ਆਪਾਂ ਪੰਜਾਬੀ ਵਿੱਚ ਪੜਾਂਗੇ। ਤੁਸੀਂ ਬੇਪਰਤੀਕਿਆਂ ਨਾਲ ਅਣਸਾਵੇਂ ਨਾ ਜੁਟੋ, ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ, ਜਾਂ ਚਾਨਣ ਦਾ ਹਨੇਰੇ ਨਾਲ ਕੀ ਮੇਲ ਹੈ, ਅਤੇ ਮਸੀਹ ਦਾ ਬਲਿਆਲ ਦੇ ਨਾਲ ਕੀ ਮੇਲ ਮਿਲਾਪ ਹੈ, ਅਥਵਾ ਪ੍ਰਤੀਤਵਾਨ ਦਾ बेप्रतीति नाल की हिस्सा है। आमीन। अविश्वासियों के साथ आसमान जुए में ना जुटो, क्योंकि धार्मिकता और अधर्म का क्या मेल जोल, या ज्योति और अंधकार का क्या संगति, और मसीह का बलियाल के साथ क्या लगाव, या विश्वासी का अविश्वासी के साथ क्या नाता। किदे नाल? अविश्वासी दे नाल। एक विश्वासी का अविश्वासी का की रिश्ता है? यीशु ने कहा, जेड़े मेरे पिता दा वचन सुनदे आ, मेरे पिता दा वचन मनदे आ, ओही मेरे मां प्यो आ, भैन भरा वा, रिश्तेदार। हालेलुया। ਆਪਾਂ ਪ੍ਰਭੂ ਨੂੰ ਗਲਤ ਨਹੀਂ ਕਹਿ ਸਕਦੇ, ਕਿਉਂਕਿ ਯਿਸੂ ਮਸੀਹ ਵਚਨ ਦੇ ਦਾਇਰੇ ਦੇ ਵਿੱਚ ਨੇ। ਹੁਣ ਇਹ ਵਚਨ ਸਾਨੂੰ ਕੀ ਸਮਝਾਉਂਦਾਗਾ? ਅਵਿਸ਼ਵਾਸੀਆਂ के साथ आसमान जुए में ना जुटो। आसमान जुए मतलब रिश्ते नाते, जिन्हें आप अपनी बेटियां का गैर मसीहियां च विआह करते हैं। लड़कियां दे लिए ਆਪਾਂ ਉਹ ਕੁੜੀਆਂ ਲੈ ਲੈਂਦੇ ਆ ਜਿਹੜੀਆਂ ਵਿਸ਼ਵਾਸੀ ਨਹੀਂ ਹੈ ਜੀ। ਸਾਡੀ ਬਰਾਦਰੀ ਹੋਣੀ ਚਾਹੀਦੀ ਹੈ, ਭਾਵੇਂ ਵਿਸ਼ਵਾਸੀ ਨਾ ਵੀ ਹੋਵੇ। ਤੁਸੀਂ ਆਪਣੇ ਬੱਚਿਆਂ ਨੂੰ ਨਰਕ ਭੇਜ ਰਹੇ ਹੋ। ਹਾਲੇਲੂਇਆ। ਆਪਣੇ ਹੱਥੀਂ ਉਹਨਾਂ ਨੂੰ ਨਰਕ ਦੇ ਰਾਹ ਵੱਲ ਤੋਰ ਰਹੇ ਹੋ ਤੁਸੀਂ। सारी दुनिया परमेश्वर ने बनाई है, सारे इंसान उन्हें बनाए हैं,
ਸਾਨੂੰ ਸ਼ੈਤਾਨ ਨੇ ਧਰਮਾਂ ਤੇ ਮਜ਼ਹਬਾਂ ਦੇ ਵਿੱਚ, ਜਾਤਾਂ ਤੇ ਪਾਤਾਂ 'ਚ ਵੰਡ ਦਿੱਤਾ। ਹੋ ਸਕਦਾ ਕਿ ਤੁਸੀਂ ਆਪਣੀ ਬਰਾਦਰੀ ਲੱਭਦੇ ਲੱਭਦੇ ਤੁਹਾਡੀ ਬਰਾਦਰੀ ਦਾ ਕੋਈ ਵਿਸ਼ਵਾਸੀ ਨਾ ਮਿਲੇ, ਬੇਟੀ ਗੈਰ ਵਿਸ਼ਵਾਸੀ ਨਾਲ ਵਿਆਹ ਦੋ ਤੇ ਬੇਟੀ ਦਾ ਜੀਣਾ ਹਰਾਮ ਕਰ ਦੇ। ਰੱਬ ਹਾਲੇਲੂਇਆ, ਉਹਦੀ ਜ਼ਿੰਦਗੀ ਖਰਾਬ ਹੋ ਜਾਏ। ਹੋ ਸਕਦਾ ਤੁਹਾਡੇ ਰਿਸ਼ਤੇਦਾਰ ਦਾ ਤੁਹਾਡੀ ਬਰਾਦਰੀ ਦਾ ਨਾ ਮਿਲੇ, ਪਰ ਇੱਕ ਅੱਛਾ ਚੰਗਾ ਵਿਸ਼ਵਾਸੀ ਬੇਟਾ ਮਿਲ ਜਾਏ ਜਿਹੜਾ ਡਰ ਮੰਨਦਾ ਹੈ, ਉਹ ਤੁਹਾਡੀ ਬੇਟੀ ਨੂੰ ਸੁੱਖ ਦੇਵੇ, ਤੁਹਾਡੇ ਲਈ ਸ਼ਾਂਤੀ ਦਾ ਕਾਰਨ ਹੋਵੇ। ਰੱਬ ਹਾਲੇਲੂਇਆ। ਵਿਸ਼ਵਾਸੀ ਦਾ ਆ ਵਿਸ਼ਵਾਸੀ ਨਾਲ ਕੀ ਨਾਤਾ, ਕੀ ਰਿਸ਼ਤੇਦਾਰੀ ਹੈ ਸਾਡੀ ਆ ਵਿਸ਼ਵਾਸੀ ਦੇ ਨਾਲ? ਸਾਡੇ ਆ ਵਿਸ਼ਵਾਸੀ ਰਿਸ਼ਤੇਦਾਰ ਹੈ, ਭੈਣ ਭਰਾ, ਦਿਲ ਨਹੀਂ ਕਰਦਾ ਉਹਨਾਂ ਕੋਲੇ ਜਾਣ ਨੂੰ। ਕਿਉਂ? ਸਾਡੇ ਭੈਣ ਭਰਾ ਕੌਣ ਨੇ? ਜਿਹੜੇ ਯਿਸੂ ਦੇ ਲਹੂ ਨਾਲ ਖਰੀਦੇ ਹੋਏ, ਜਿਨ੍ਹਾਂ ਨੇ ਯਿਸੂ ਨੂੰ ਮੁਕਤੀ ਦਾ ਗ੍ਰਹਿਣ ਕਰ ਲਿਆ, ਜਿਹੜੇ ਯਿਸੂ ਮਸੀਹ ਨੂੰ ਪ੍ਰਭੂ ਗ੍ਰਹਿਣ ਕਰਦੇ ਨੇ, ਜਿਹੜੇ ਉਹਦੇ ਵਚਨ ਤੇ ਚੱਲਦੇ ਨੇ, ਉਹ ਸਾਡੇ ਭੈਣ ਭਰਾ। ਨਾਲ ਸਦਾ ਕਿੰਨੇ ਰਹਿਣਾ ਹੈ ਤੁਹਾਡੇ? ਆ ਵਿਸ਼ਵਾਸੀ ਨੇ ਜਾਂ ਵਿਸ਼ਵਾਸੀ ਨੇ? ਸਵਰਗ ਦੇ ਵਿੱਚ ਇੱਕ ਵੀ ਆ ਵਿਸ਼ਵਾਸੀ ਨਹੀਂ ਹੋਏਗਾ। ਜਿਨ੍ਹਾਂ ਦੇ ਤੁਸੀਂ ਇੱਥੇ ਅਪਮਾਨ ਕਰਦੇ ਹੋ ਸਾਡੇ ਰਿਸ਼ਤੇਦਾਰ ਹੈ, ਉਹ ਤੁਹਾਨੂੰ ਸਵਰਗ 'ਚ ਨਹੀਂ ਮਿਲਣਗੇ। ਸਵਰਗ 'ਚ ਤੁਹਾਨੂੰ ਉਹ ਵਿਸ਼ਵਾਸੀ ਉਹ ਮਿਲਣਗੇ, ਤੁਹਾਡੇ ਰਿਸ਼ਤੇਦਾਰ ਜਿਹੜੇ ਯਿਸੂ ਦੇ ਖੂਨ ਨਾਲ ਖਰੀਦੇ ਹੋਏ ਨੇ। ਰੱਬ ਹਾਲੇਲੂਇਆ। अविश्वासी का विश्वासी के साथ क्या नाता? साडा कोई नाता नहीं अविश्वासी के, चाहे वो साडे रिश्तेदार, चाचे या मामे या ताए। एक दर्द है उन्हां दी, ये नहीं कि नफरत करनी उन्हां दी, नफरत नहीं करनी, गल नूं समझना हैगा। रब हालेलुया। खुदा ने उन्हां तो थोड़ा जिहा अलग होण दे लई आपां नूं बुलाया वा। उन्हां विच घुलो मिलोगे, उन्ना जिहे काम भी करोगे। परमेश्वर ने इजराइलियां नूं की किया? कहंदा ਜਿਹੜੇ ਦੇਸ਼ 'ਚ ਤੁਸੀਂ ਜਾ ਰਹੇ ਹੋ, ਉੱਥੋਂ ਦੇ ਦੇਸ਼ ਦੇ ਜਿਹੜੀਆਂ ਜਾਤੀਆਂ ਨੇ, ਉਹਨਾਂ ਦੇ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਰੱਖਣਾ ਤੇ ਨਾ ਹੀ ਉਹਨਾਂ ਦੇ ਕੰਮਾਂ ਵਰਗੇ ਕੰਮ ਕਰਨੇ ਆ। ਜੇ ਤੁਸੀਂ ਉਹਨਾਂ ਦੀਆਂ ਬੇਟੀਆਂ ਲੈ ਲਓਗੇ ਨਾ, ਉਹ ਤੁਹਾਡੇ ਬੇਟਿਆਂ ਨੂੰ ਆਪਣੇ ਦੇਵੀ ਦੇਵਤਿਆਂ ਦੇ ਮਗਰ ਲੈ ਜਾ ਕੇ ਮੂਰਤੀ ਪੂਜਾ ਕਰਾਉਣਗੇ ਔਰ ਮੇਰਾ ਕ੍ਰੋਧ ਤੁਹਾਡੇ ਤੇ ਆਏਗਾ। ਰੱਬ ਹਾਲੇਲੂਇਆ। ਇਸੇ ਕਰਕੇ ਕੋਈ ਰਿਸ਼ਤਾ ਰੱਖਣਾ, ਕੋਈ ਨਾਤਾ ਨਹੀਂ ਉਹਨਾਂ ਨਾਲ ਰੱਖਣਾ। ਕਿਉਂ? ਯਹੂਦੀ ਲੋਕ ਸਾਮਰੀ ਲੋਕਾਂ ਦੇ ਨਾਲ ਮਿਲਵਰਤਨ ਕਿਉਂ ਨਹੀਂ ਸੀ ਕਰਦੇ? ਆਪਾਂ ਇੱਕ ਕਥਾ ਪੜ੍ਹਦੇ ਆ, ਸਟੋਰੀ ਪੜ੍ਹਦੇ ਆ, ਸਾਮਰੀ ਕਿਵੇਂ ਪ੍ਰਭੂ ਤੋਂ ਪਾਣੀ ਮੰਗਦਾ, ਉਹ ਕਹਿੰਦੀ ਵੀ ਕਿ ਤੂੰ ਮੇਰੇ ਤੋਂ ਯਹੂਦੀ ਕੇ ਪਾਣੀ ਕਿਉਂ ਮੰਗਦਾ? ਕਿ ਜਿਹੜੇ ਯਹੂਦੀ ਉਹ ਸਾਮਰੀਆਂ ਨਾਲ ਵਰਤਦੇ ਨਹੀਂ। ਕਿਉਂ ਨਹੀਂ ਵਰਤਦੇ ਸੀ? ਯਹੂਦੀ ਜਿਹੜੇ ਲੋਕ ਸੀ, ਇਹਨਾਂ ਕੋਲੇ ਵਿਵਸਥਾ ਸੀ। ਜਦੋਂ ਸੁਲੇਮਾਨ ਦਾ ਬੇਟਾ ਰਹਿਬਵਾਮ ਹੋਇਆ, ਉਹਦੇ ਰਾਜ ਦੇ ਵਿੱਚ ਇੱਕ ਗੋਤਰ ਇਹਦੇ ਕੋਲੇ ਰਹਿ ਗਿਆ ਸੀਗਾ, ਯਹੂਦਾ ਦਾ ਗੋਤਰ ਰਹਿ ਗਿਆ ਸੀ ਰਹਿਬਵਾਮ ਦੇ ਕੋਲੇ। ਬਾਕੀ ਜਿਹੜੇ ਗੋਤਰ ਸੀਗੇ ਉਹ ਯਰੋਬਾਮ ਕੋਲੇ ਚਲੇ ਗਏ। ਯਰੋਬਾਮ ਇੱਕ ਰਾਜਾ ਹੋ ਗਿਆ, ਇੱਕ ਰਹਿਬਵਾਮ ਰਾਜਾ ਹੋ ਗਿਆ। ਇਜ਼ਰਾਈਲ ਦੋ ਭਾਗਾਂ 'ਚ ਵੰਡਿਆ। ਹੁਣ ਜਿਹੜੇ ਯਹੂਦੀ ਲੋਕ ਉਹ ਯਰੂਸ਼ਲਮ ਦੇ ਅੰਦਰ ਰਹਿੰਦੇ। ਯਰੂਸ਼ਲਮ ਦੇ ਅੰਦਰ ਪਰਮੇਸ਼ਰ ਦਾ ਮੰਦਿਰ ਹੈ, ਵਿਵਸਥਾ ਹੈ, ਖੁਦਾ ਦਾ ਵਚਨ ਹੈ। ਕਿਹੜੀ ਚੀਜ਼ ਖਾਣੀ ਹੈ, ਕਿਹੜੀ ਨਹੀਂ ਖਾਣੀ, ਕੀ ਕਰਨਾ ਹੈ, ਕੀ ਨਹੀਂ ਕਰਨਾ, ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ। ਜੇ ਜਿੱਥੇ ਰਾਜਾ ਯਰੋਬਾਮ ਰਾਜਾ ਹੋਇਆ ਵਾ, ਇਜ਼ਰਾਈਲੀ ਦੇ ਵਾਸਤੇ ਚਲੇ ਗਏ, ਉਹਨੇ ਮੂਰਤੀ ਪੂਜਾ ਕਰਾਉਣੀ ਸ਼ੁਰੂ ਕੀਤੀ। ਸਭ ਤੋਂ ਵੱਧ ਜ਼ਿਆਦਾ ਜਾਦੂ ਟੂਣਾ ਉੱਥੇ ਸੀ। ਬੁੱਤ ਪ੍ਰਸਤੀ ਸਾਮਰੀਆ 'ਚ ਸੀ, ਮੂਰਤੀ ਪੂਜਾ ਸਾਮਰੀਆ 'ਚ। ਸਭ ਤੋਂ ਜ਼ਿਆਦਾ ਸ਼ੈਤਾਨ ਕਿੱਥੇ ਕੰਮ ਕਰਦਾ ਸੀਗਾ? ਸਾਮਰੀਆ ਵਾ। ਦੇਖਦੇ ਨੇ ਇੱਕ ਬੰਦੇ 'ਚ 2000 ਭੂਤਾਂ, ਇੱਕ ਝੁੰਡ ਭੂਤਾਂ ਦਾ। ਕਿਉਂ? ਇੰਨੀਆਂ ਦੁਸ਼ਟਾਤਮਾ ਦੇ ਅੰਦਰ ਕਿਉਂ? ਕਿਉਂਕਿ ਸਾਮਰੀਆ ਜਿਹੜਾ ਏਰੀਆ ਸੀਗਾ ਉਹ ਟੋਟਲੀ ਮੂਰਤੀ ਪੂਜਕ ਹੋ ਗਿਆ ਸੀ। ਅੱਧ ਪਚੱਦੇ ਕ੍ਰਿਸਚਨ ਸੀਗੇ ਤੇ ਅੱਧ ਪਚੱਦੇ ਉਹ ਦੂਜੇ ਲੋਕ ਸੀ। ਯਹੂਦੀ ਕਿਉਂ ਉਹਨਾਂ ਤੋਂ ਅੱਡ ਰਹਿੰਦੇ ਸੀਗੇ? ਯਹੂਦੀ ਅੱਡ ਕਿਉਂ ਸੀਗੇ? ਕਿਉਂਕਿ ਉਹਨਾਂ ਦੇ ਕੰਮ ਤੇ ਉਹਨਾਂ ਵਾਲੀ ਸਪਿਰਿਟ ਇਸ ਏਰੀਆ 'ਚ ਨਾ ਆਵੇ। ਪਰ ਯਿਸੂ ਮਸੀਹ ਵਿਚਕਾਰ ਆ ਗਏ। ਯਿਸੂ ਮਸੀਹ ਵਿਚਕਾਰ ਕਿਉਂ ਆ ਗਏ? ਯਿਸੂ ਮਸੀਹ ਜ਼ਿੰਦਗੀਆਂ ਬਦਲਣ ਵਾਲੇ ਪਰਮੇਸ਼ਵਰ ਨੇ। ਜਦ ਯਿਸੂ ਮਸੀਹ ਉਹਦੀ ਜ਼ਿੰਦਗੀ 'ਚ ਆਪਣੇ ਆਪ ਨੂੰ ਪ੍ਰਗਟ ਕਰਦੇ ਆ, ਉਹਨਾਂ ਲੋਕਾਂ ਦੇ ਪ੍ਰਗਟ ਕਰਦੇ ਆ। ਯਿਸੂ ਮਸੀਹ ਹੁਣ ਉਹ ਕੀ ਕਹਿੰਦੇ ਆ? ਇਸਤਰੀ ਨੂੰ ਕਹਿੰਦੇ ਵੀ ਹੁਣ ਅਸੀਂ ਜਾਣ ਕੇ ਇਹੋ ਹੀ ਮੁਕਤੀ ਦਾਤਾ ਹੈ। ਫਿਰ ਯਿਸੂ ਮਸੀਹ ਉਹਨਾਂ ਦੇ ਨਾਲ ਜਾਂਦਾ ਹੈਗਾ। ਯਿਸੂ ਮਸੀਹ ਦੇ ਚੇਲੇ 2 ਦਿਨ ਰਹਿ ਕੇ ਆਉਂਦੇ ਉਹਨਾਂ ਦੇ ਘਰ ਸਾਮਰੀਆ ਦੇ ਵਿੱਚ। ਰੱਬ ਹਾਲੇਲੂਇਆ। ਅਗਲਾ ਵਚਨ ਵੀ ਆਪਾਂ ਪੜਾਂਗੇ 16-17। ਅਤੇ ਪਰਮੇਸ਼ਰ ਦੀ ਹੈਂਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ ਹੈ? ਅਸੀਂ ਤਾਂ ਪਰਮੇਸ਼ਰ ਦੀ ਹੈਂਕਲ ਹਾਂ। ਅਸੀਂ ਪਰਮੇਸ਼ਰ ਦੀ ਹੈਂਕਲ ਹਾਂ। ਤੁਸੀਂ ਪਰਮੇਸ਼ਰ ਦੇ ਮੰਦਰ ਹੋ।
ਤੁਸੀਂ ਕੀ ਹੋ ਪਰਮੇਸ਼ਵਰ ਦੇ? ਯਾਨੀ ਤੁਹਾਡੇ ਅੰਦਰ ਪਰਮੇਸ਼ਵਰ ਵਾਸ ਕਰਦੇ ਨੇ। ਹੁਣ ਇਸ ਸਰੀਰ ਦੇ ਅੰਦਰ ਪਰਮੇਸ਼ਵਰ ਰਹਿੰਦਾ ਹੈ, ਜੀ ਦੇ ਅੰਦਰ ਪਰਮੇਸ਼ਵਰ ਰਹਿੰਦਾ ਹੈ। ਕਿ ਪਰਮੇਸ਼ਵਰ ਤੁਹਾਡੇ ਰਾਹੀਂ ਉਹਨਾਂ ਜਗ੍ਹਾਵਾਂ ਤੇ ਜਾਏਗਾ ਜਿੱਥੇ ਉਹਦੀ ਪੂਜਾ ਨਹੀਂ, ਉਹਦੀ ਆਰਾਧਨਾ ਨਹੀਂ ਹੁੰਦੀ? ਨਹੀਂ ਜਾਏਗਾ। ਜਿਵੇਂ ਤੁਸੀਂ ਉਹਨਾਂ ਜਗ੍ਹਾਵਾਂ ਤੇ ਜਾਓਗੇ ਉਹ ਤੁਹਾਨੂੰ ਛੱਡੇਗਾ, ਤੁਹਾਡੇ ਤੋਂ ਅਲੱਗ ਹੋਏਗਾ। ਹਾਲੇਲੂਇਆ। ਔਰ ਜਾਂਦੇ ਕਈ ਇਦਾਂ ਦੇ ਦਾਸ ਹੈ ਜਿਹੜੇ ਜਾਂਦੇ ਆ। ਕਿਉਂ ਉਹ ਜਿਹੜੇ ਜਾਂਦੇ ਉਹ ਕਿਉਂ ਜਾਂਦੇ ਆ? ਉਹਨਾਂ ਨਾਲ ਸੰਗਤੀ ਨਹੀਂ ਉਹਨਾਂ ਦੀ। ਉਹ ਸਪਿਰਚੁਅਲੀ ਸਟਰੋਂਗ ਪ੍ਰਾਰਥਨਾ ਕਰਨਾ ਜਾਂਦੇ ਆ, ਗੜ ਢਾਉਣ ਜਾਂਦੇ ਹੋ। ਇੱਕ ਸੇਵਕ ਸੀ ਖੁਦਾ ਦਾ, ਉਹ ਇਦਾਂ ਚਲੇ ਗਿਆ ਇੱਕ ਜਗ੍ਹਾ ਤੇ, ਉੱਥੇ ਉਹਨੇ ਸੰਗਤੀ ਨਹੀਂ ਕੀਤੀ, ਉਹਨਾਂ ਦਾ ਚੜਾਵੇ 'ਚ ਸ਼ਾਮਲ ਨਹੀਂ ਹੋਇਆ, ਉਹਨਾਂ ਦੀ ਆਰਾਧਨਾ 'ਚ ਸ਼ਾਮਲ ਨਹੀਂ ਹੋਇਆ। ਉਹਨੇ ਉੱਥੇ ਖੜ ਕੇ ਪ੍ਰਾਰਥਨਾ ਕੀਤੀ ਔਰ ਉੱਥੇ ਅਧਿਕਾਰਕ ਲਈ ਸਪਿਰਿਟ ਨੂੰ ਉਹਨੇ ਡਾਂਟਿਆ, ਨੂੰ ਬੰਨਿਆ, ਨੂੰ ਭਜਾਇਆ। ਉੱਥੇ ਤੂੰ ਮਹਿਮਾ ਨਹੀਂ ਲੈ ਸਕਦਾ, ਮਹਿਮਾ ਖੁਦਾ ਦੀ ਹੈ। ਫਿਰ ਮੈਂ ਝਿੜਕਦਾ, ਛੱਡ ਇਸ ਏਰੀਏ ਨੂੰ। ਅਗਰ ਤੁਸੀਂ ਇਸ ਮਸਲੇ ਨਾਲ ਜਾ ਰਹੇ ਹੋ, ਰਿਸ਼ਤੇਦਾਰੀ 'ਚ ਜਾ ਰਹੇ ਹੋ, ਮਿਲਣ ਜਾ ਰਹੇ ਹੋ, ਕਿਸ ਹੱਥੇ ਜਾ ਰਹੇ ਹੋ? ਖੁਦਾ ਦਾ ਕੰਮ ਕਰਨ ਜਾ ਰਹੇ ਹੋ। ਜਿਹੜੀਆਂ ਦੁਸ਼ਟ ਆਤਮਾ ਸਾਡੇ ਰਿਸ਼ਤੇਦਾਰਾਂ ਨੂੰ ਯਿਸੂ ਚਾਹੁੰਦੇ ਨਾ ਦੇਣੀਆਂ, ਅੰਦਰੋਂ ਖਾਲੀ ਨਹੀਂ ਜਾਣਾ। ਯਾਦ ਰੱਖਣਾ, ਮਸੇ ਨਾਲ ਭਰ ਕੇ ਜਾਣਾ ਹੈ, ਫਾਸਟਿੰਗ ਕਰਕੇ ਜਾਣਾ ਹੈ, ਪੂਰਾ ਪਾਵਰਫੁਲ ਹੋ ਕੇ ਜਾਣਾ ਹੈ। ਲੈਸ ਹੋ ਕੇ ਨਹੀਂ ਜਾਣਾ। ਹਾਲੇਲੂਇਆ। ਆਤਮਾ ਨਾਲ ਭਰ ਕੇ, ਪੂਰੀ ਸਾਮਰਥ ਨਾਲ ਭਰ ਕੇ ਜਾਣਾ ਤੇ ਉਹਨਾਂ ਦੁਸ਼ਟ ਆਤਮਾ ਨੂੰ ਭਜਾਓਗੇ, ਜਾਣਗੇ। ਹਾਲੇਲੂਇਆ। ਅੰਦਰੋਂ ਖਾਲੀ ਆ, ਪ੍ਰੇਅਰ ਨਹੀਂ ਹੈ, ਵਚਨ ਨਹੀਂ ਹੈ, ਕੋਈ ਫਾਸਟਿੰਗ ਨਹੀਂ ਹੈ, ਜਾ ਕੇ ਆਪਾਂ ਵਚਨ ਸੁਣਾਉਂਦੇ ਆ। ਹਾਲੇਲੂਇਆ। ਔਰ ਦੁਸ਼ਟ ਆਤਮਾ, ਜੇ ਤੁਸੀਂ ਕਿਸੇ ਦੇ ਘਰੇ ਜਾਂਦੇ ਹੋ ਨਾ, ਤੁਸੀਂ ਉਹਨੂੰ ਖੋ ਰਹੇ ਹੋ ਜਿੱਥੋਂ। ਕੋਈ ਵਿਅਕਤੀ ਤੁਹਾਡੇ ਕੋਲ ਮੋਬਾਈਲ ਖੋਂਦਾ, ਤੁਹਾਡੇ ਘਰੇ ਆ ਕੇ ਮੋਬਾਈਲ ਖੋਂਦਾ, ਫੋਨ ਦੇ ਦਿਓਗੇ? ਕੋਈ ਚੀਜ਼ ਖੋਂਦਾ, ਫੋਨ ਦੇ ਦਿਓਗੇ? ਉਹ ਤਾਂ ਖਤਮ ਹੋਣ ਵਾਲੀ ਚੀਜ਼ ਹੈ। ਰੂਹਾਂ ਸ਼ੈਤਾਨ ਆਪਣੇ ਅਧਿਕਾਰ 'ਚ ਰੱਖਦਾ ਹੈਗਾ, ਆਪਣੀ ਸੰਪत्ति ਮੰਨਦਾ ਉਹਨਾਂ ਨੂੰ, ਆਪਣੀ ਜਾਇਦਾਦ, ਆਪਣੀ ਪ੍ਰਾਪਰਟੀ ਮੰਨਦਾ ਸ਼ੈਤਾਨ ਉਹਨਾਂ ਨੂੰ। ਉਹਨੂੰ ਖੋਗੇ ਨਾ, ਉਹ ਤੁਹਾਡਾ ਨੁਕਸਾਨ ਕਰੇਗਾ। ਜੇ ਤੁਸੀਂ ਆਤਮਿਕ ਬਲਵੰਤ ਨਹੀਂ ਹੋ, ਸਾਮਰਥ ਪਾਏ ਹੋਏ ਨਹੀਂ ਹੋ, ਅਭਿਸ਼ੇਕ ਪਾਏ ਹੋਏ ਨਹੀਂ ਹੋ, ਤੁਹਾਡਾ ਨੁਕਸਾਨ ਕਰੇਗਾ। ਹਾਲੇਲੂਇਆ। ਜੇ ਤੁਸੀਂ ਜਾਣਾ ਚਾਹੁੰਦੇ ਹੋ, ਸਟਰੋਂਗ ਹੋ ਕੇ ਜਾਣਾ, ਤਕੜੇ ਹੋ ਕੇ ਜਾਣਾ, ਪਰ ਸੰਗਤੀ ਨਹੀਂ ਕਰਨੀ। ਕੀ ਨਹੀਂ ਕਰਨੀ? ਆਪਣਾ ਜਿਹੜਾ ਮੇਨ ਵਚਨ ਹੈ ਉਹ ਕੀ ਹੈ? ਸੰਗਤੀ ਨਹੀਂ ਕਰਨੀ। ਹਾਲੇਲੂਇਆ। ਜੇ ਸੰਗਤੀ ਜੇ ਤੁਸੀਂ ਜਿਹੇ ਲੋਕਾਂ ਨਾਲ ਸੰਗਤੀ ਕਰੋਗੇ, ਸ਼ਾਮਲ ਹੋਵੋਗੇ ਜਿਹੇ ਪ੍ਰੋਗਰਾਮਾਂ ਦੇ ਵਿੱਚ, ਅਜਿਹੇ ਡੀਜੇ ਪਾਰਟੀਆਂ ਦੇ ਵਿੱਚ, ਸ਼ੈਤਾਨ ਪਿੱਛਾ ਕਰੇਗਾ ਤੁਹਾਨੂੰ। ਹਾਲੇਲੂਇਆ। ਹੁਣ ਵਚਨ ਕੀ ਕਹਿੰਦਾ? और मूर्तियों के साथ परमेश्वर के मंदिर का क्या संबंध? क्योंकि हम तो जीवते परमेश्वर के मंदिर हैं। जैसा परमेश्वर ने कहा, मैं उनमें बसूंगा, उनमें चला फिरा करूंगा और मैं उनका परमेश्वर हूंगा और वे मेरे लोग होंगे। इसलिए प्रभु कहता है, उनके बीच से निकलो, अलग रहो। पंजाबी च पढ़ो बच्चों। इसलिए उन्हें विचों निकल आओ ਅਤੇ ਅੱਡ ਹੋਵੋ। ਕੀ ਕਹੋ? ਕਿੰਨਾ ਲੋਕਾਂ ਚ ਨਿਕਲ ਆਓ। ਜਿਹੜੇ ਲੋਕ ਅਵਿਸ਼ਵਾਸੀ, ਪਾਪ ਵਿੱਚ ਹੈ, ਨਸ਼ੇ ਚ ਹੈ, ਮੂਰਤੀ ਪੂਜਾ ਚ ਹੈ, ਵਿਭਚਾਰ ਚ ਹੈ, ਗੰਦੇ ਕੰਮਾਂ ਚ ਹੈ, ਹਰ ਬਦੀ ਦਾ ਕੰਮ ਕਰਦੇ ਆ, ਉਹਨਾਂ ਚ ਪ੍ਰਭੂ ਕਹਿੰਦਾ ਨਿਕਲ ਆਓ। ਕੀ ਕਰੋ? ਉਹਨਾਂ ਚੋਂ ਨਿਕਲ ਆਓ, ਅੱਡ ਰਹੋ। ਕਿੱਥੇ ਰਹੋ? ਚਾਹੇ ਸਾਡਾ ਸਕਾ ਰਿਸ਼ਤੇਦਾਰੀ ਕਿਉਂ ਨਾ ਹੋਵੇ। ਹਾਲੇਲੂਇਆ। ਅਗਰ ਤੁਹਾਡਾ ਸਕਾ ਰਿਸ਼ਤੇਦਾਰ ਤੁਹਾਨੂੰ ਪਾਪ ਚ ਲੈ ਕੇ ਜਾ ਰਿਹਾ ਹੈ, ਮੈਂ ਕਹਿੰਦਾ ਰਿਸ਼ਤੇਦਾਰ ਨੂੰ ਛੱਡ ਦਿਓ, ਨਹੀਂ ਤਾਂ ਤੁਹਾਨੂੰ ਖਰਾਬ ਕਰ ਦੇਗਾ, ਪਰਿਵਾਰ ਨੂੰ ਖਰਾਬ ਕਰ ਦੇਗਾ। ਹਾਲੇਲੂਇਆ। प्रभु का वचन कहता, इसलिए प्रभु कहता है, उनके बीच से निकलो, अलग रहो। उन्ना चो निकलो ते अलग रहो। हालेलुया। जे तुसी अलग नहीं रहोगे, उन्ना दे विच ही रहोगे। ये ना सोचना ना जी पास्टर जी असी नहीं, कोई गल नहीं, संभाल लांगे, सारा कुछ कर लांगे। नहीं कर पाओगे। जे तुसी कर पाउंदे तां परमेश्वर कदे ना तुहानू कहंदा अलग रहो। हालेलुया। अगर तुसी एक क्रोधी व्यक्ति नाल रहंदे हो, जिन्नू बाली ज्यादा गुस्सा आउंदागा, वो जल्दी क्रोध आ जांदा, तुहाडी संगति अजिहे बंदे दे नाल है, वो तुसी ओहदे सांझी हो, ओहदी आदत तुहानू पै जाएगी।
ਪ੍ਰਭੂ ਹਾਲੇਲੂਇਆ। ਕਹਾਤਾਂ ਨੂੰ ਪੜਾਂਗੇ ਆਪਾਂ। ਬਾਈ ਦਾ 24 ਵਚਨ। ਕ੍ਰੋਧੀ ਦਾ ਮੇਲੀ ਨਾ ਬਣੀ ਅਤੇ ਗੁੱਸਾ ਕਰਨ ਵਾਲੇ ਦੇ ਨਾਲ ਨਾ ਤੁਰੀ, ਅੱਗੇ ਪੜ੍ਹ। ਕਿਤੇ ਉਹ ਨਾ ਹੋਵੇ ਜੋ ਤੂੰ ਉਹਦੀ ਚਾਲ ਸਿੱਖ ਲਵੇਂ ਅਤੇ ਤੇਰੀ ਜਾਨ ਫਾਹੀ ਵਿੱਚ ਫਸ ਜਾਵੇ। ਆਮੀਨ। ਪ੍ਰਭੂ ਹਾਲੇਲੂਇਆ। ਪਰਮੇਸ਼ਰ ਦੇ ਜਿਹੜੇ ਵਚਨ ਲਿਖੇ ਆ, ਕੱਲੇ ਕੱਲੇ ਵਚਨ ਆਪਾਂ ਪੜ੍ਹ ਰਹੇ ਆ, ਐਵੇਂ ਨਹੀਂ ਪ੍ਰਭੂ ਨੇ ਲਿਖ ਦਿੱਤੇ, ਐਵੇਂ ਨਹੀਂ ਉਹਦੇ ਮਨ ਚ ਆ ਕੇ ਨੇ ਲਿਖ ਦਿੱਤੇ ਵਚਨ। ਇਹਨਾਂ ਦਾ ਇੱਕ ਖਾਸ ਮਕਸਦ ਹੈ। ਪ੍ਰਭੂ ਹਾਲੇਲੂਇਆ। क्रोधी मनुष्य का मित्र ना होना। किदा मित्र नहीं बनना? क्रोध करने वाला मित्र नहीं बनना। प्रभु हालेलुया। हुण तुहानू की लगदा है क्रोध होना नेचुरली गल है? नहीं। प्रभु हालेलुया। और झट क्रोध करने वाले के संग ना चलना, कहीं ऐसा ना हो कि तू उसकी चाल सीखे तेरा प्राण फंदे में फंस जाए। ਤੁਹਾਨੂੰ ਮੈਂ ਦੱਸ ਰਿਹਾ ਹੈਗਾ, ਚਾਹੇ ਉਹ ਕ੍ਰੋਧੀ ਹੈ, ਗਾਲਾਂ ਕੱਢਣ ਵਾਲਾ, ਝੂਠ ਬੋਲਣ ਵਾਲਾ, ਚੁਗਲੀ ਕਰਨ ਵਾਲਾ, ਚੋਰੀ ਕਰਨ ਵਾਲਾ, ਬੇਈਮਾਨੀ ਕਰਨ ਵਾਲਾ, ਹੀਰੇ ਫੇਰੀ ਕਰਨ ਵਾਲਾ, ਜਿਹੋ ਜਿਹੇ ਵਿਅਕਤੀ ਦੇ ਨਾਲ ਤੁਸੀਂ ਰਹੋਗੇ ਉਹਦੀ ਆਦਤ ਤੁਹਾਡੇ ਅੰਦਰ ਆਏਗੀ ਹੀ ਆਏਗੀ। ਪ੍ਰਭੂ ਹਾਲੇਲੂਇਆ। ਜਿਹੜੇ ਬੰਦੇ ਨੇ ਵਚਨ ਲਿਖੇ ਹੈ ਨਾ, ਉਹਦਾ ਨਾਮ ਸੁਲੇਮਾਨ। ਕੀ ਨਾਮ ਹੈ? ਸੁਲੇਮਾਨ ਵਰਗਾ ਕੋਈ ਬੁੱਧੀਮਾਨ ਵਿਅਕਤੀ ਨਹੀਂ ਸੀਗਾ। ਬਾਈਬਲ ਇਸ ਤਰ੍ਹਾਂ ਦੱਸਦਾ। ਸੁਲੇਮਾਨ ਦੂਜੇ ਨੰਬਰ ਤੇ, ਉਸ ਤੋਂ ਉੱਪਰ ਯਿਸੂ ਮਸੀਹ ਆ ਜਾਂਦਾ ਹੈ। ਸੁਲੇਮਾਨ ਜਿਹੜਾ ਹੈਗਾ ਉਹ ਦੂਸਰੇ ਨੰਬਰ ਤੇ ਹੈ, ਉਸ ਤੋਂ ਉੱਪਰ ਕੌਣ ਹੈ? ਯਿਸੂ ਮਸੀਹ। ਤੇ ਉਹ ਇੱਕ ਈਸ਼ਵਰੀਏ ਅਧਿਕਾਰ ਦੇ ਵਿੱਚ ਆ ਗਏ ਪ੍ਰਭੂ ਜੀ। ਬਾਕੀ ਸਾਰੇ ਮਨੁੱਖਾਂ ਵਿੱਚ ਆਦਮ ਦੀ ਸੰਤਾਨ ਜੋ ਸਭ ਤੋਂ ਬੁੱਧੀਮਾਨ ਕੌਣ ਹੋਇਆ? ਧਰਤੀ ਦੇ ਉੱਪਰ ਜਿੰਨੇ ਆਦਮ ਤੋਂ ਪੈਦਾ ਹੋਏ, ਮਾਂ ਪਿਓ ਤੋਂ ਪੈਦਾ ਹੋਏ, ਉਹਨਾਂ ਚ ਸਭ ਤੋਂ ਜ਼ਿਆਦਾ ਬੁੱਧੀਮਾਨ ਕੌਣ ਹੈ? ਸੁਲੇਮਾਨ। ਯਿਸੂ ਮਸੀਹ ਇਸਤਰੀ ਦੁਆਰਾ ਪੈਦਾ ਹੋਇਆ, ਸਵਰਗੀ ਸਾਮਰਥ ਨਾਲ ਪੈਦਾ ਹੋਇਆ, ਉਹ ਪਹਿਲੇ ਨੰਬਰ ਤੇ ਹੈ। ਪ੍ਰਭੂ ਹਾਲੇਲੂਇਆ। ਉਹ ਵਿਅਕਤੀ ਇਹ ਗੱਲ ਲਿਖਦਾ ਪਿਆ ਵਾ, ਉਹਨੇ ਆਪਣੀ ਜ਼ਿੰਦਗੀ ਦੇ ਅੰਦਰ ਇਹਨਾਂ ਗੱਲਾਂ ਦਾ ਤਜਰਬਾ ਕੀਤਾਗਾ, ਕਿਉਂਕਿ ਉਹਦੀ ਸ਼ਾਦੀ ਇੱਕ ਅਜਿਹੀ ਔਰਤ ਦੇ ਨਾਲ ਹੋਈ ਜਿਹੜੀ ਪਰਮੇਸ਼ਰ ਨੂੰ ਨਹੀਂ ਸੀ ਮੰਨਦੀ। ਪ੍ਰਭੂ ਹਾਲੇਲੂਇਆ। ਉਹਨੇ ਮਿਸਰ ਦੇ ਰਾਜੇ ਦੀ ਬੇਟੀ ਨਾਲ ਸ਼ਾਦੀ ਕਰ ਲਈ ਔਰ ਉਹਨਾਂ ਦੀ ਸੰਗਤੀ ਹੋਈ। ਹੁਣ ਜਿਹੜੀ ਮਿਸਰ ਦਾ ਰਾਜਾ ਸੀਗਾ, ਉਹਦੀ ਜਿਹੜੀ ਬੇਟੀ ਸੀਗੀ ਉਹ ਯਹੋਵਾ ਨੂੰ ਮੰਨਦੀ ਸੀਗੀ, ਉਹ ਆਪਣੇ ਦੇਵ ਦੀ ਪੂਜਾ ਕਰਦੀ ਸੀ। ਹੁਣ ਜਿਹੜਾ ਵਿਅਕਤੀ ਜਿਹਦੀ ਪੂਜਾ ਕਰੇਗਾ ਉਹਦੀ ਆਤਮਾ ਅੰਦਰ ਰਹੇਗੀ। ਹੁਣ ਉਹਦੇ ਅੰਦਰ ਆਤਮਾ ਯਹੋਵਾ ਦੀ ਤਾਂ ਨਹੀਂ ਸੀ, ਪਰਮੇਸ਼ਰ ਦਾ ਆਤਮਾ ਨਹੀਂ ਸੀਗਾ। ਉਹ ਸਪਿਰਿਟ ਨੇ ਸੁਲੇਮਾਨ ਦੀ ਜ਼ਿੰਦਗੀ ਦੇ ਅੰਦਰ ਕੰਮ ਕੀਤਾ, ਉਹਦੀ ਬੁੱਧੀ ਨੂੰ ਖਰਾਬ ਕਰ ਦਿੱਤਾ। ਪ੍ਰਭੂ ਹਾਲੇਲੂਇਆ। ਉਸ ਸਪਿਰਿਟ ਦਾ ਇੰਨਾ ਅਸਰ ਹੋਇਆ, ਉਸ ਪਰਮੇਸ਼ਵਰ ਨੂੰ ਭੁੱਲ ਗਿਆ ਜਿਨੇ ਦੋ ਵਾਰੀ ਨੂੰ ਦਰਸ਼ਨ ਦਿੱਤੇ ਔਰ ਸਭ ਤੋਂ ਜ਼ਿਆਦਾ ਮਹਾਨ ਵਿਅਕਤੀ ਬਣਾਇਆ। ਉਸ ਆਤਮਾ ਨੇ ਤੇ ਅਸਰ ਕੀਤਾ। ਉਸ ਆਤਮਾ ਦਾ ਅਸਰ ਇੱਥੇ ਹੀ ਖਤਮ ਨਹੀਂ ਹੋਇਆ। ਇੰਨਾ ਕਿ ਸੁਲੇਮਾਨ ਨੂੰ ਸਪਿਰਿਟ ਨੇ ਅਧਿਕਾਰ ਚ ਕਰ ਲਿਆ ਕਿ ਸੁਲੇਮਾਨ ਨੇ ਉਹਦਾ ਇੱਕ ਮੰਦਿਰ ਬਣਾ ਕੇ ਦਿੱਤਾ ਔਰ ਆਪਣੀ ਪਤਨੀ ਨਾਲ ਜਾ ਕੇ ਉਹਦੀ ਆਰਾਧਨਾ ਕੀਤੀ ਔਰ ਖੁਦਾਵੰਦ ਨਾਲ ਉਹਨੇ ਧੋਖਾ ਕੀਤਾ। ਉਸ ਪਰਮੇਸ਼ਰ ਨਾਲ ਜਿਹਨੇ ਨੂੰ ਮਹਾਨ ਕੀਤਾ ਸੀ। ਪ੍ਰਭੂ ਹਾਲੇਲੂਇਆ। ਉਹਦਾ ਨੁਕਸਾਨ ਵੀ ਹੋਇਆ, ਉਹਦੀ ਮਹਿਮਾ ਉਵੇਂ ਨਹੀਂ ਬਣੀ ਰਹੀ। ਪ੍ਰਭੂ ਹਾਲੇਲੂਇਆ। ਰਾਜ ਉਹਦੇ ਘਰਾਣੇ ਤੋਂ ਤੋੜ ਕੇ ਪਰਮੇਸ਼ਰ ਨੇ ਅਲੱਗ ਕਰ ਦਿੱਤਾ ਸੀਗਾ। ਰਾਜ ਤੋਂ ਤੋੜ ਕੇ ਕਿਤੇ ਕਰਤਾ ਅਲੱਗ, ਯਾਰਾਬਾਮ ਕੋਲੇ ਭੇਜ ਦਿੱਤਾ, ਇੱਕ ਗੋਤਰੀ ਰਹਿਣ ਦਿੱਤਾ ਸੀ ਉਹਦੇ ਕੋਲੇ। ਕਾਰਨ ਖੁਦਾ ਨੇ ਜੇ ਕਿਹਾ ਹੈ ਅਲੱਗ ਰਹੋ, ਗਲਤ ਲੋਕਾਂ ਨਾਲ ਸੰਗਤੀ ਨਾ ਕਰੋ। ਤੁਹਾਨੂੰ ਪਤਾ ਹੈ ਤੁਹਾਡਾ ਚਾਹੇ ਗਵਾਂਢੀ ਹੀ ਕਿਉਂ ਨਾ ਹੋਵੇ, ਸੰਗਤੀ ਅੱਛੀ ਨਹੀਂ ਹੈ ਤਾਂ ਉਹਦੇ ਘਰੇ ਵੀ ਸੰਕੋਚ ਨਾਲ ਪੈਰ ਰੱਖਣਾ। ਬਾਈਬਲ ਕਹਿੰਦਾ ਹੈ, ਮੈਂ ਨਹੀਂ ਕਹਿੰਦਾ। ਪ੍ਰਭੂ ਹਾਲੇਲੂਇਆ।
ਇਹ ਨਹੀਂ ਲਿਖਿਆ ਕਿ ਨਫ਼ਰਤ ਕਰੋ ਉਹਦੇ ਨਾਲ, ਉੱਥੇ ਲਿਖਿਆ ਸੰਗਤੀ ਨਹੀਂ ਕਰਨੀ। ਸੰਗਤੀ ਨਾ ਕਰਨਾ ਤੇ ਨਫ਼ਰਤ ਕਰਨਾ, ਸੰਗਤੀ ਕਰਨਾ ਤੇ ਨਫ਼ਰਤ ਕਰਨਾ ਵਿੱਚ ਦੋ ਅੰਤਰ ਹੁੰਦਾ ਹੈ। ਸੰਗਤੀ ਮਤਲਬ ਅਸੀਂ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਹੁੰਦੇ, ਚਾਹੇ ਧਾਰਮਿਕ ਹੈ ਚਾਹੇ ਸੋਸ਼ਲੀ ਹੈ, ਅਸੀਂ ਉਹਨਾਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਦਿੰਦੇ। ਤਬਲਾ ਹਾਲੇਲੂਇਆ। ਇੱਥੇ ਵੀ ਸੁਲੇਮਾਨ ਸਮਝਾ ਰਿਹਾ ਹੈਗਾ, ਕ੍ਰੋਧੀ ਮਨੁੱਖ ਦਾ ਮਿੱਤਰ ਨਾ ਹੋ। ਜਿਹੜਾ ਜਲਦੀ ਗੁੱਸੇ ਹੋਏਗਾ ਨਾ, ਗੱਲ ਤੇ ਗੁੱਸੇ ਹੋ ਜਾਂਦਾਗਾ, ਗੱਲ ਤੇ ਕ੍ਰੋਧ ਆ ਜਾਂਦਾ, ਕਹਿੰਦਾ ਉਹਦਾ ਦੋਸਤ ਨਹੀਂ ਬਣਨਾਗਾ। ਜੇ ਤੂੰ ਉਹਦਾ ਦੋਸਤ ਬਣਿਆ ਤਾਂ ਤੂੰ ਧੋਖਾ ਖਾਏਗਾ, ਉਹਦੀ ਚਾਲ ਸਿੱਖੇਗਾ ਅਤੇ ਉਹਦਾ ਜਿਹੜਾ ਸੁਭਾਅ ਤੇਰੇ ਅੰਦਰ ਆ ਜਾਏਗਾ। ਤਬਲਾ ਹਾਲੇਲੂਇਆ। ਇੱਕ ਵਚਨ ਹੋਰ ਪੜ੍ਹ ਦਈਏ, ਕਹੋਤਾ 4 13 ਵਚਨ। ਸਿੱਖਿਆ ਨੂੰ ਫੜੀ ਰੱਖ, ਉਹਨੂੰ ਛੱਡੀ ਨਾ, ਉਹਨੂੰ ਸਾਂਭ ਕੇ ਰੱਖ, ਉਹ ਤੇਰਾ ਜੀਵਨ ਹੈ। ਹਾਂਜੀ ਵੀ ਦੁਸ਼ਟਾਂ ਦੇ ਰਾਹ ਵਿੱਚ ਨਾ ਚੱਲ ਅਤੇ ਬੁਰਿਆਰਾਂ ਦੇ ਮਾਰਗ ਉੱਤੇ ਨਾ ਤੁਰ, ਉਸ ਤੋਂ ਲਾਂਭੇ ਰਹੋ, ਉਹਦੇ ਉੱਤੋਂ ਦੀ ਵੀ ਨਾ ਲੰਘੀ। ਆਮੀਨ। ये वचन थोड़ा ध्यान ना पढ़ाएंगे। 13 वचन, शिक्षा को पकड़े रह, उससे छोड़ ना दे, उसकी रक्षा कर, क्योंकि वही तेरा जीवन है। ਜਿਹੜੀ ਸਿੱਖਿਆ ਤੁਸੀਂ ਸਿੱਖ ਰਹੇ ਹੋ ਨਾ, ਅੱਜ ਵਚਨ ਸੁਣ ਰਹੇ ਹੋ, ਸਮਝ ਰਹੇ ਹੋ, ਇਹਨੂੰ ਫੜ ਕੇ ਰੱਖਣਾਗਾ, ਇਹਦੀ ਰੱਖਿਆ ਕਰਨੀ ਹੈ, ਦਿਮਾਗ ਚੋਂ ਡਿਲੀਟ ਨਹੀਂ ਹੋਣ ਦੇਣਾਗਾ। ਇਹ ਤੁਹਾਡਾ ਜੀਵਨ ਹੈ। दुष्टों की राह में पाँव ना रखना और ना बुरे लोगों के मार्ग में चलना। उसे छोड़ दे, उसके पास से भी ना चल, उसके निकट से मुड़कर आगे बढ़ जा। हालेलुया। दुष्ट मतलब जिवें कि तुहानूं मैं विस्तार नाल अच्छे तरीके नाल विस्तार नाल दस्सिआ कि जिन्हां दी जिंदगी च बड़ियां गड़बड़ियां है। हालेलुया। कई तरह के पाप उन्हां दी जिंदगी च, ਉਹਨਾਂ ਦੇ ਨਾਲ ਨਹੀਂ ਤੁਰਨਾ। ਬਚਨ ਕਹਿੰਦਾ ਹੈ ਉਹਨਾਂ ਦੇ ਨਾਲ ਨਹੀਂ ਤੁਰਨਾ। ਤੁਸੀਂ ਸਕੂਲ 'ਚ ਪੜ੍ਹਦੇ ਹੋ, ਸਕੂਲ 'ਚ ਤੁਹਾਡੇ ਕੋਈ ਦੋਸਤ ਇਦਾਂ ਦਾ ਹੈ, ਸਹੇਲੀ ਇਦਾਂ ਦੀ ਹੈ ਜਿਹਦਾ ਜੀਵਨ ਠੀਕ ਨਹੀਂ ਹੈ, ਉਹਦੇ ਨਾਲ ਦੋਸਤੀ ਨਹੀਂ ਰੱਖਣੀ, ਨਾਲ ਵੀ ਨਹੀਂ ਬੈਠਣਾ। ਉਹਦੇ ਟੱਚ ਕਰੋਗੇ, ਜੋ ਸਪਿਰਿਟ ਉਹਦੇ ਅੰਦਰ ਕੰਮ ਕਰਦੀ, ਕਿਤੇ ਨਾ ਕਿਤੇ ਤੁਹਾਡਾ ਨੁਕਸਾਨ ਕਰੇਗੀ। ਯਕਦਮ ਨਹੀਂ ਕਰੇਗੀ, ਹੌਲੀ ਹੌਲੀ ਕਰੇਗੀ। ਹਾਲੇਲੂਇਆ। ਜਿਹੋ ਜਿਹੇ ਲੋਕਾਂ 'ਚ ਤੁਸੀਂ ਰਹੋਗੇ, ਉਵੇਂ ਦਾ ਤੁਹਾਡਾ ਨੇਚਰ ਬਣੇਗਾ। ਕੋਸ਼ਿਸ਼ ਕਰੋ ਆਤਮਿਕ ਲੋਕਾਂ ਦੇ ਨਾਲ ਸੰਗਤੀ ਰੱਖਣ ਦੀ, ਉਹਨਾਂ ਲੋਕਾਂ ਦੇ ਨਾਲ ਜ਼ਿਆਦਾ ਰਹਿਣ ਦੀ ਕੋਸ਼ਿਸ਼ ਕਰੋ ਜਿਹੜੇ ਪਰਮੇਸ਼ਰ ਦੇ ਨਾਲ ਜੁੜੇ ਹੋਏ ਆ, ਜਿਹੜੇ ਪ੍ਰਾਰਥਨਾ ਕਰਨ ਵਾਲੇ ਆ, ਬਾਈਬਲ ਪੜ੍ਹਨ ਵਾਲੇ ਆ, ਜਿਨ੍ਹਾਂ ਦਾ ਚਰਿੱਤਰ ਠੀਕ ਹੈ, ਜਿਹੜੇ ਵਿਸ਼ਵਾਸ 'ਚ ਮਜ਼ਬੂਤ ਨੇ, ਜਿਹੜੇ ਪਵਿੱਤਰਤਾਈ 'ਚ ਚੱਲ ਰਹੇ ਨੇ, ਜਿਨ੍ਹਾਂ ਦੇ ਅੰਦਰ ਕੋਈ ਇਦਾਂ ਦੀ ਗਲਤੀ ਨਹੀਂ ਪਾਈ ਜਾਂਦੀ, ਉਹਨਾਂ ਲੋਕਾਂ ਦੇ ਨਾਲ ਜ਼ਿਆਦਾ ਅਟੈਚਮੈਂਟ। ਫਿਰ ਜਿਹੋ ਜਿਹੇ ਲੋਕਾਂ ਦੇ ਨਾਲ ਰਹੋਗੇ, ਉਦਾਂ ਦੇ ਤੁਸੀਂ ਹੋ ਜਾਓਗੇ। ਇੱਕ ਵਚਨ ਲਾਸਟ ਪੜ੍ਹ ਦੇਂਗੇ ਆਪਾਂ। तेरा कहोता कहोता 13 ਦਾ ਵੀ ਵਚਨ। ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੀ ਸਾਖੀ ਨੂੰ ਦੁੱਖ ਹੋਵੇਗਾ। ਆਮੀਨ। ਤਬਲਾ ਹਾਲੇਲੂਇਆ। ਇਹ ਆਪਾਂ ਨੂੰ ਵਚਨ ਬਹੁਤ ਅੱਛਾ ਸਮਝਾਉਂਦਾ ਹੈ। बुद्धिमानों की संगति कर तो तब तू भी बुद्धिमान हो जाएगा। धर्मी दे नाल रहोगे की बन जाओगे? दुष्ट ना रहोगे दुष्ट बन जाओगे। मूर्ख ना रहोगे मूर्ख बन जाओगे। बुद्धिमान ना रहोगे बुद्धिमान बन जाओगे। जिद्दां दे तुहाडे दोस्त है, जिद्दां दे लोग तुहाडे अटैच दे विच है, उदां दी तुहाडी नॉलेज, उवें दी तुहाडी स्पिरिचुअल लाइफ होवेगी, उवें दा तुहाडा सुभाव, उवें दा तुहाडा नेचर होएगा जिहो जे लोकां दे विच तुसीं रहोगे। पर बाइबल सलाह दे रही है तुहानूं, प्रभु दा वचन की कर रहा है? सलाह दे रहा है तुहानूं। की सलाह दिता है? कहता बुद्धिमान नाल रह। प्रभु हालेलुया। बुद्धिमान दे नाल रह तो भी बुद्धिमान हो जाएगा।
परंतु मूर्ख का साथी नष्ट हो जाएगा। हालेलुया। अपनी जिंदगी ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਦੇ ਕੇ ਅੱਛੇ ਲੋਕਾਂ ਦੇ ਨਾਲ ਰਹਿਣਾ ਹੈ। ਅੱਛੇ ਲੋਕਾਂ ਦੇ ਨਾਲ ਦੋਸਤੀ ਰੱਖੋ, ਅੱਛੇ ਲੋਕਾਂ ਨਾਲ ਜ਼ਿਆਦਾ ਗੱਲ ਕਰੋ, ਅੱਛੇ ਲੋਕਾਂ ਨਾਲ ਜ਼ਿਆਦਾ ਸਮਾਂ ਬਿਤਾਓ। ਹਾਲੇਲੂਇਆ। ਜੇ ਤੁਹਾਡਾ ਸਮਾਂ ਗਲਤ ਲੋਕਾਂ ਨਾਲ ਜ਼ਿਆਦਾ ਬਤੀਤ ਹੋ ਰਿਹਾ ਹੈ, ਯਾਦ ਰੱਖੋ ਕਿਤੇ ਨਾ ਕਿਤੇ ਤੁਹਾਡੇ ਲਈ ਨੁਕਸਾਨਦਾਇਕ ਹੈ। ਹਾਲੇਲੂਇਆ। ਤੁਹਾਨੂੰ ਕਿਤੇ ਨਾ ਕਿਤੇ ਚੀਜ਼ ਮਹਿਸੂਸ ਹੁੰਦੀ ਹੈ, ਤੁਸੀਂ ਕਈ ਗਲਤ ਬੰਦੇ ਨਾਲ ਰਹਿ ਰਹੇ ਹੋ, ਤੁਹਾਡੀ ਜ਼ਿੰਦਗੀ ਤੇ ਫਰਕ ਪਏਗਾ, ਪ੍ਰੇਰ ਤੇ ਅਸਰ ਪਏਗਾ, ਤੁਹਾਡੀ ਆਤਮਿਕ ਲਾਈਫ ਤੇ ਅਸਰ ਪਏਗਾ, ਤੁਸੀਂ ਮਹਿਸੂਸ ਕਰੋਗੇ। ਉਹਦੇ ਪਿੱਛੇ ਹਟ ਜਾਓ, ਆਪਣੇ ਆਪ ਨੂੰ ਰੋਕ ਲਓ। ਹਾਲੇਲੂਇਆ। ਫਿਰ ਵੀ ਉਹਨੂੰ ਦੁਸ਼ਮਣ ਜਾਣ ਕੇ ਨਾ, ਦੁਸ਼ਮਣ ਨਾ ਜਾਣੋ ਉਹਨੂੰ, ਭੈਣ ਸਮਝ ਕੇ, ਭਾਈ ਸਮਝ ਕੇ ਉਹਦੇ ਲਈ ਕੀ ਕਰੋ? ਪ੍ਰਾਰਥਨਾ ਕਰੋ। ਇੱਕ ਪ੍ਰਾਰਥਨਾ ਕਰੋ, ਪ੍ਰਭੂ ਉਹਦਾ ਜੀਵਨ ਬਦਲੇ, ਪ੍ਰਭੂ ਨੂੰ ਮੋੜ ਪਾਪ ਦੇ ਰਾਹ। ਆਪਾਂ ਪ੍ਰਭੂ ਨਾਲੋਂ ਜ਼ਿਆਦਾ ਧਰਮੀ, ਪ੍ਰਭੂ ਨਾਲੋਂ ਜ਼ਿਆਦਾ ਪਵਿੱਤਰਤਾ ਨਹੀਂ ਆਪਾਂ, ਪ੍ਰਭੂ ਨਾਲੋਂ ਜ਼ਿਆਦਾ ਦਿਆਲੂਤਾ ਨਹੀਂ ਆਪਾਂ, ਪ੍ਰਭੂ ਨਾਲੋਂ ਜ਼ਿਆਦਾ ਧਰਮੀ ਵੀ ਨਹੀਂ ਆਪਾਂ। ਜੇ ਉਹ ਸਾਨੂੰ ਅਲੱਗ ਹੋਣ ਦੇ ਲਈ ਕਹਿ ਰਿਹਾ, ਇਹਦਾ ਮਤਲਬ ਹੈ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਹੈ ਜਿਹਦੀ ਕਰਕੇ ਪ੍ਰਭੂ ਸਾਨੂੰ ਅਲੱਗ ਕਰ ਰਿਹਾ ਹੈ। ਹਾਲੇਲੂਇਆ। ਹਾਲੇਲੂਇਆ। ਆਪਣੀ ਜ਼ਿੰਦਗੀ ਦੇ ਅੰਦਰ ਧਿਆਨ ਰੱਖਣਾ, ਕਿੱਦਾਂ ਦੇ ਤੁਹਾਡੇ ਦੋਸਤ ਹੈ, ਕਿੱਦਾਂ ਦੇ ਲੋਕਾਂ ਨਾਲ ਤੁਸੀਂ ਮਿਲਦੇ ਹੋ, ਕਿੱਦਾਂ ਦੇ ਲੋਕਾਂ ਨੇ ਕਿੱਦਾਂ ਦੇ ਲੋਕਾਂ ਦੀ ਨਾਲ ਤੁਹਾਡੀ ਸੰਗਤੀ ਹੈ। ਹਾਲੇਲੂਇਆ। ਜਿਹੜੇ ਆਤਮਿਕ ਲੋਕ ਹੁੰਦੇ ਨੇ, ਜਾਣਦੇ ਆ, ਇੱਕ ਬੜੀ ਪੁਰਾਣੀ ਗੱਲ ਸਾਡੇ ਏਰੀਆ ਦੀ ਸੀਗੀ। ਇੱਕ ਲੜਕੀ 'ਚ ਦੁਸ਼ਟ ਆਤਮਾ ਆ ਗਿਆ। ਪਾਸਟਰ ਨੇ ਪੁੱਛਿਆ ਤੂੰ ਕੌਣ ਹੈ? ਉਹਨੇ ਦੱਸਿਆ ਮੈਂ ਫਲਾਣਾ ਫਲਾਣਾ। ਤੂੰ ਇਹਦੀ ਲਾਈਫ 'ਚ ਕਿਵੇਂ ਆ ਗਿਆ? ਇਹਨੇ ਆਪਣੇ ਕੱਪੜੇ ਆਹ ਕੁੜੀ ਨੂੰ ਦਿੱਤੇ ਸੀ ਤੇ ਉਹ ਫਲਾਨੀ ਜਗ੍ਹਾ ਤੇ ਗਈ ਸੀ ਤੇ ਉੱਥੋਂ ਮੈਂ ਉਹਦੇ ਪਿੱਛੇ ਆਇਆ। ਇੱਕ ਸਾਮਰਥ ਹੈ ਨਾ। ਹਾਲੇਲੂਇਆ। ਹੁਣ ਦੇਖੋ ਬਾਈਬਲ ਪੜ੍ਹਦੇ ਆ, ਉਹਨਾਂ ਨੇ ਪਤਰਸ ਦੇ, ਪੌਲਸ ਦੇ ਸਰੀਰ ਦੇ ਨਾਲ ਇਦਾਂ ਕੱਪੜਾ ਲਾਇਆ ਤੇ ਰੋਗੀ ਤੇ ਲਾਇਆ। ਰੋਗੀ ਕਿਉਂ ਗਿਆ? ਕੱਪੜੇ ਨਾਲ ਚੰਗਾ ਹੋਇਆ ਕਿ ਸਾਮਰਥ ਨਾਲ ਹੋਇਆ? ਇਹਦੇ ਵਿੱਚ ਆਪਣੇ ਆਪ ਦੇ ਵਿੱਚ ਕੁਝ ਨਹੀਂ ਹੁੰਦਾ, ਕੱਪੜਾ ਹੀ ਹੈ। ਪਰ ਜਦ ਇੱਕ ਸਪਿਰਚੁਅਲ ਚੀਜ਼ ਨਾਲ ਜੁੜਦਾਗਾ, ਉਹੀ ਸਾਮਰਥ ਹੁੰਦੀ ਹੈ, ਉਹੀ ਅਨੋਇੰਟਿੰਗ ਹੁੰਦੀ ਹੈ। ਕਹਿੰਦਾ ਇਸ ਕਰਕੇ ਇਸ ਕੱਪੜਿਆਂ ਦੇ ਕਾਰਨ, ਕਿਉਂਕਿ ਉਹਨੇ ਪਤਾ ਨਹੀਂ ਵਾਸ਼ ਕੀਤੇ ਜਾਂ ਨਹੀਂ ਕੀਤੇ ਜਾਂ ਕਿੱਦਾਂ ਵੀ ਸੀ, ਉਹਨੇ ਪੂਰੇ ਪਾ ਲਏ, ਉਹ ਸਪਿਰਿਟ ਉਹਦੇ ਉੱਪਰ ਅਟੈਕ ਹੈ। ਹਾਲੇਲੂਇਆ। ਔਰ ਸਾਰੀਆਂ ਗੱਲਾਂ ਬੋਲੇ ਪਰ ਡਾਂਟਿਆ ਪ੍ਰਭੂ ਦੇ ਸੇਵਕ ਨੇ, ਚੱਲ ਭੱਜ ਜਾ, ਯਿਸੂ ਨਾਮ ਚ ਨਿਕਲ ਜਾ। ਨਿਕਲ ਗਿਆ। ਹਾਲੇਲੂਇਆ। ਇਸ ਤਰ੍ਹਾਂ ਸ਼ੈਤਾਨ ਕੰਮ ਕਰਦਾ। ਸ਼ੈਤਾਨ ਇੱਕ ਆਤਮਾ ਹੈ, ਜਿਵੇਂ ਪਵਿੱਤਰ ਆਤਮਾ ਇੱਕ ਪਵਿੱਤਰ ਆਤਮਾ ਹੈ, ਉਵੇਂ ਸ਼ੈਤਾਨ ਦਾ ਵੀ ਆਤਮਾ ਹੈ। ਉਹ ਵੀ ਆਪਦੇ ਲੋਕਾਂ 'ਚ ਹੀ ਕੰਮ ਕਰਦਾ ਨਾ। ਮੰਨ ਕੇ ਚੱਲਾ ਆਪਾਂ ਪ੍ਰਾਰਥਨਾ ਕਰਦੇ ਆ, ਪਾਣੀ ਦੇ ਉੱਤੇ ਘੋਸ਼ਣਾ ਕਰਦੇ ਆ, ਤੇਰਾ ਬਲੱਡ ਹੈ, ਜਿੱਥੇ ਛਿੜਕੇ ਸ਼ੈਤਾਨ ਭੱਜ ਜਾਏ। ਕਰਦਾ ਕੰਮ ਨਹੀਂ ਕਰਦਾ, ਕਰਦਾ। ਹਾਲੇਲੂਇਆ। ਤੇ ਉਹ ਵੀ ਤਾਂ ਸਾਰਾ ਕੁਝ ਇਦਾਂ ਹੀ ਕਰਦੇ ਨੇ, ਕਾਪੀ ਕਰਦੇ ਨੇ, ਬੜੇ ਚੁਕੰਨੇ ਹੋ ਕੇ। ਹਾਲੇਲੂਇਆ। ਕੋਈ ਤੁਹਾਡੇ ਕੱਪੜੇ ਮੰਗਦਾ, ਜੀ ਮੈਂ ਜੀ ਫਲਾਨੀ ਜਗ੍ਹਾ ਤੇ ਜਾਣਾ ਹੈ ਜੀ, ਮੈਨੂੰ ਦਿਆ ਜੀ ਜਰਾ ਸੂਟ ਆਦਾ। ਗੁੱਸਾ ਕਰ ਲੈ, ਮਨਾ ਕਰ। ਜੇ ਦੇਣਾ ਤਾਂ ਫਿਰ ਪੱਕਾ ਹੀ ਦੇ ਦਿਓ, ਵੀ ਵਾਪਸ ਮੈਂ ਨਹੀਂ ਲੈਣਾ। ਜੇ ਜ਼ਿਆਦਾ ਦਿਲ ਹੈ ਤੁਹਾਡਾ, ਮੇਰਾ ਦਿਲ ਜੀ ਮੈਂ ਦਿਲ ਤੋੜ ਕੇ ਨਹੀਂ ਰਾਜੀ, ਪੱਕਾ ਹੀ ਦੇ ਦਿਓ, ਵਾਪਸ ਨਾ ਲਓ। ਕਿਤਨਾ ਕਿਤੇ ਸ਼ੈਤਾਨੀ ਅਨੋਇੰਟਿੰਗ ਉਹਦੇ ਪਰ ਆ ਜਾਏਗੀ, ਨੁਕਸਾਨ ਕਰੇਗੀ। ਹਾਲੇਲੂਇਆ। ਹਾਲੇਲੂਇਆ। ਹੁਣ ਇਹ ਜਿਹੜੀਆਂ ਗੱਲਾਂ ਹੈ ਨਾ, ਲੋਕਾਂ ਦੇ ਭਾਣੇ ਮੂਰਖ ਹੋਣਾ ਹੈ, ਇਹ ਕਿੱਦਾਂ ਦੀ ਸਿੱਖਿਆ ਹੈ? ਇਹ ਸਪਿਰਚੁਅਲੀ ਗੱਲਾਂ ਨੇ, ਆਤਮਿਕ ਗੱਲਾਂ ਨੇ। ਇਹਨਾਂ ਦਾ ਇੱਕ ਆਤਮਿਕ ਅਰਥ ਹੈ। ਤਾਂ ਹੀ ਤਾਂ ਲਿਖਿਆ, ਕਹਿੰਦਾ ਪ੍ਰਾਣਿਕ ਬੰਦਾ ਨਹੀਂ ਸਮਝਦਾ, ਕਿਉਂਕਿ ਇਹਨਾਂ ਗੱਲਾਂ ਦੀ ਜਾਂਚ ਆਤਮਾ ਨਾਲ ਕੀਤੀ ਜਾਂਦੀ ਹੈ। ਇੱਕ ਸਪਿਰਚੁਅਲ ਇਨਸਾਨ ਹੀ ਇਹਨਾਂ ਗੱਲਾਂ ਨੂੰ ਸਮਝਦਾ ਹੈ। ਹਾਲੇਲੂਇਆ। ਆਪਦੀ ਸੰਗਤੀ ਚੰਗੇ ਲੋਕਾਂ ਨਾਲ ਰੱਖੋ। ਤੁਸੀਂ ਦੇਖੋ ਤੁਸੀਂ ਕਿਹਦੇ ਨਾਲ ਜ਼ਿਆਦਾ ਸਮਾਂ ਬਤੀਤ ਕਰਦੇ ਹੋ, ਕਿਹੜੀ ਭੈਣ ਆ, ਕਿਹੜਾ ਭਾਈ ਹੈ,
ਕੋਈ ਰਿਸ਼ਤੇਦਾਰ ਹੈ, ਕੋਈ ਸੱਜਣ ਹੈ, ਮਿੱਤਰ ਹੈ, ਉਹਦੇ ਜੀਵਨ ਨੂੰ ਦੇਖੋ ਕਿਹੜੀਆਂ ਕਿਉਂਕਿ ਜ਼ਿਆਦਾਤਰ ਜਿਹੜੇ ਯਾਰ ਦੋਸਤ ਦੇ ਸੱਚ ਪਤਾ ਹੁੰਦਾ ਜੀਵਨ ਦੇ ਬਾਰੇ, ਯਾਰ ਇਹ ਆਹ ਕੁਝ ਕਰਦਾ, ਇਹ ਇਦਾਂ ਦਾ ਬੰਦਾ, ਹਟ ਜਾਓ ਉਹਦੇ ਕੋਲ। ਰੱਬ ਹਾਲੇਲੂਇਆ। ਅਲੱਗ ਹੋ ਜਾਓ, ਕੱਲੇ ਰਹਿ ਲਓ, ਕੱਲੇ ਬੈਠ ਲਓ, ਕੱਲੇ ਪ੍ਰਭੂ ਨਾਲ ਬੈਠ ਕੇ ਗੱਲਾਂ ਕਰ ਲਓ, ਪਰ ਅਜਿਹੇ ਸੱਜਣਾਂ ਨੂੰ ਛੱਡ ਦਿਓ ਜਿਹੜਾ ਤੁਹਾਡਾ ਨੁਕਸਾਨ ਕਰ ਦੇਣਾ। ਕਿਉਂਕਿ ਵਚਨ 'ਚ ਕੀ ਪੜਿਆ ਆਪਾਂ, ਮਾੜੀ ਸੰਗਤੀ ਚੰਗੇ ਚਰਿੱਤਰ ਨੂੰ ਵਿਗਾੜ ਦਿੰਦੀ ਹੈ। ਤੁਹਾਡਾ ਚਰਿੱਤਰ ਚੰਗਾ ਹੈ, ਤੁਸੀਂ ਪਾਪ ਨਹੀਂ ਕਰਦੇ। ਇੱਕ ਮੈਂ ਹੋਰ ਗੱਲ ਦੱਸ ਕੇ ਸਮਾਪਤ ਕਰਾਂਗਾ। ਇੱਕ ਸਿਸਟਰ ਬਹੁਤ ਪਿਆਰੇਫੁਲ ਸੀ, ਬੜੀ ਆਤਮਿਕ, ਬਾਈਬਲ ਪੜ੍ਹਨ ਵਾਲੀ, ਪੂਰਾ ਆਤਮਾ ਨਾਲ ਭਰ ਕੇ ਆਰਾਧਨਾ ਕਰਨ ਵਾਲੀ, 3-3 ਘੰਟੇ ਪ੍ਰਾਰਥਨਾ ਕਰਨ ਵਾਲੀ, ਫਾਸਟਿੰਗ ਲਗਾਤਾਰ। ਹੋਇਆ ਕਿ ਉਹਦੀ ਸੰਗਤੀ ਹੋ ਗਈ ਇੱਕ ਅਜਿਹੀ ਭੈਣ ਦੇ ਨਾਲ ਜੋ ਵਿਭਚਾਰ ਸੀ। ਉਹ ਬਹੁਤ ਵਧੀਆ ਦਾ ਜੀਵਨ ਸੀਗਾ, ਪਵਿੱਤਰ ਸੀਗਾ। ਹੋਇਆ ਕਿ ਹੌਲੀ ਹੌਲੀ ਉਹਦੇ ਘਰੇ ਜਾਣ ਲੱਗ ਪਈ। ਹੌਲੀ ਹੌਲੀ ਉਹਦਾ ਜੀਵਨ ਪ੍ਰੇਮ ਨਾਲੋਂ ਘਟਣਾ ਸ਼ੁਰੂ ਹੋਇਆ, ਬਾਈਬਲ ਨਾਲੋਂ ਘਟਣਾ ਸ਼ੁਰੂ ਹੋਇਆ। ਹੌਲੀ ਹੌਲੀ ਜਿਹੜੀ ਉਹ ਇਸਤਰੀ ਸੀਗੀ, ਉਹਦੇ ਉੱਪਰ ਜਿਹੜੀ ਦੁਸ਼ਟ ਆਤਮਾ ਸੀਗੀ, ਉਹਨੇ ਇਸ ਭੈਣ ਦੇ ਉੱਪਰ ਅਟੈਕ ਕਰਨੇ ਸ਼ੁਰੂ ਕੀਤੇ। ਇਹਦਾ ਬ੍ਰੇਨ ਖਰਾਬ ਕਰ ਦਿੱਤਾ, ਇਹਦੇ ਅੰਦਰ ਗਲਤ ਥਾਊਟ ਪਾ ਦਿੱਤੇ, ਵਿਭਚਾਰ ਦੇ ਥਾਊਟ। ਇੱਕ ਦਿਨ ਉਹ ਵਿਭਚਾਰ ਵਿੱਚ ਭੈਣ ਡਿੱਗ ਗਈ, ਸਾਰੇ ਪਿੰਡ ਵਿੱਚ ਉਹਦੀ ਬਦਨਾਮੀ ਹੋ ਗਈ। ਇਹ ਸ਼ੁਰੂ ਤੋਂ ਤਾਂ ਐਵੇਂ ਨਹੀਂ ਸੀ, ਸਾਰੇ ਗੱਲ ਕਰਦੇ ਸੀ ਬੜੀ ਵਧੀਆ ਸੀ, ਉਹ ਭਾਈ ਦੀ ਵਾਈਫ ਸੀ ਬੜੀ ਵਧੀਆ ਸੀ। ਇਹ ਸ਼ੁਰੂ ਤੋਂ ਇਦਾਂ ਦੀ ਨਹੀਂ ਸੀ, ਇਹ ਵਧੀਆ ਸੀ। ਖਰਾਬ ਕਿਵੇਂ ਹੋ ਗਈ? ਕਿਉਂ? ਜ਼ਿੰਦਗੀ ਦੇ ਅੰਦਰ ਇਹ ਪਾਪ ਪੈਦਾ ਹੋ ਗਿਆ, ਗਲਤ ਸੰਗਤੀ ਦੇ ਕਾਰਨ। ਅੱਜ ਤੁਸੀਂ ਠੀਕ ਹੋ, ਪ੍ਰਭੂ ਦਾ ਧੰਨਵਾਦ, ਖੁਦਾ ਤੁਹਾਨੂੰ ਠੀਕ ਰੱਖੇ। ਅਗਾਂਹ ਤੋਂ ਯਾਦ ਰੱਖੋ ਕਿਹੋ ਜਿਹੇ ਲੋਕਾਂ ਨਾਲ ਤੁਸੀਂ ਉੱਠਦੇ ਬੈਠਦੇ। ਭੈਣਾਂ ਨੇ ਖਾਸ ਕਰ ਧਿਆਨ ਦੇਣਾ ਆਪਣੀ ਜ਼ਿੰਦਗੀ ਦੇ ਅੰਦਰ, ਕਿਹੋ ਜਿਹੇ ਨਾਲ ਤੁਹਾਡੀ ਸੰਗਤੀ ਹੈ। ਅਗਰ ਤੁਸੀਂ ਆਪਣੇ ਪਿੰਡ 'ਚ ਇਕੱਲੇ ਵਿਸ਼ਵਾਸੀ ਹੋ, ਕੋਈ ਹੋਰ ਵਿਸ਼ਵਾਸੀ ਹੈ, ਉਹਦੇ ਨਾਲ ਮਿਲ ਵਰਤਨ ਰੱਖੋ, ਆਓ ਜਾਓ, ਕੋਈ ਦਿੱਕਤ ਨਹੀਂ। ਵਚਨ ਨੂੰ ਮੰਨਣ ਵਾਲੇ ਆ, ਬਾਈਬਲ ਪੜ੍ਹਨ ਵਾਲੇ ਆ, ਅੱਛੀ ਸਿੱਖਿਆ ਨੂੰ ਪ੍ਰਾਪਤ ਕਰਨ ਵਾਲੇ, ਉਹਨਾਂ ਦੇ ਨਾਲ ਰਹੋ। ਰੱਬ ਹਾਲੇਲੂਇਆ। ਗਲਤ ਸਿੱਖਿਆ ਦੇ ਨਾਲ ਨਹੀਂ ਰਹਿਣਾ। ਰੱਬ ਹਾਲੇਲੂਇਆ। ਅਗਰ ਇੱਕ ਤੁਹਾਡੇ ਨਾਲ ਵਿਸ਼ਵਾਸੀ ਜੁੜ ਗਿਆ ਜੀ, ਕੋਈ ਨਾ ਪ੍ਰਾਰਥਨਾ ਕਰਕੇ ਸਾਰਾ ਕੁਝ ਚੱਲਦਾ, ਪ੍ਰਾਰਥਨਾ ਕਰੋ ਤੇ ਖਾ ਪੀ ਲਓ, ਪ੍ਰਾਰਥਨਾ ਕਰਕੇ ਜਿੱਥੇ ਮਰਜ਼ੀ ਚਲੇ ਜਾਓ, ਉਹਦੇ ਨਾਲ ਵੀ ਸੰਗਤੀ ਨਹੀਂ ਰੱਖਣੀ। ਰੱਬ ਹਾਲੇਲੂਇਆ। ਉਹਨੂੰ ਸਮਝਾਓ, ਵਚਨ ਮਨਾ ਕਰਦਾ, ਵਚਨ ਰੋਕਦਾ, ਜੇ ਰੋਕਦਾ ਠੀਕ, ਜੇ ਨਹੀਂ ਰੋਕਦਾ ਛੱਡੋ। ਰੱਬ ਹਾਲੇਲੂਇਆ। ਆइए अपने घर बंद करें, सिरों में झुकाइए। खुदा